ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਹੁਤੋ ਤਪਾ ਹਰ ਬੰਸ ਇਕ। ਸੇਵਕ ਰਹੈ ਧਰਮਸਾਲ। ਥਕਤ ਜੋ ਸਿੱਖ ਤਿਸ ਕੇ ਚਰਨ। ਧੋਏ ਤਪਤ ਜਲ ਨਾਲ। ਹੁਤੋ ਤਪਾ ਹਰ ਬੰਸ ਇਕ। ਸੇਵਕ ਰਹੈ ਧਰਮਸਾਲ। ਥਕਤ ਜੋ ਸਿੱਖ ਤਿਸ ਕੇ ਚਰਨ। ਧੋਏ ਤਪਤ ਜਲ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ। ਜਗ ਦਾਤੇ ਭਗਤ ਵਛਲ। ਹਾਜ਼ਰਾ ਹਜੂਰ ਜਹਰਾ ਜਹੂਰ
ਨੇਚਲ ਚੌਰ ਛਤਰ ਤਖਤ ਦੇ ਮਾਲਕ, ਊਚ ਅਪਾਰ ਬੇਅੰਤ ਸੁਆਮੀ। ਧੰਨ ਧੰਨ ਸਾਹਿਬਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੇ ਹਾਂ ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਦਇਆ ਕਰਕੇ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਣੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਘਰ ਦੀਆਂ ਵਡਿਆਈਆਂ ਸ਼ਰਵਣ ਕਰਵਾ ਰਹੇ ਹਨ। ਸੁਣਤੇ ਪੁਨੀਤ ਕਹਤੇ ਪਵਿੱਤ। ਉਸ ਪ੍ਰਭੂ ਪਰਮੇਸ਼ਰ ਦੀ ਵਡਿਆਈ ਕੋਈ ਕਵੇ ਬਹੁਤ ਮਹਾਤਮ ਹੈ, ਪਵਿੱਤਰ ਹੈ, ਪਰ ਸੁਣਨ ਵਾਲਾ ਪੁਨੀਤ 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 ਜਾਂ ਪਵਿੱਤਰ 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 ਪੁਨੀਤ, ਉਹ ਮਨ ਬਾਣੀ ਸਰੀਰ ਕਰਕੇ ਵੀ ਪਵਿੱਤਰ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਜਗ ਤਾਰਨ ਕਉ ਅਵਤਾਰ ਬਣਾਇਆ। ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ ਹੀ ਇਸ ਤਰ੍ਹਾਂ ਬਣਾਇਆ ਕਿ ਜਗ ਨੂੰ ਤਾਰਿਆ ਜਾਵੇ। ਬੇਅੰਤ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਇਹੋ ਜਿਹੇ ਕੋਈ ਗੁਰਮੁਖ ਪਿਆਰੇ ਭਾਈ ਪ੍ਰਤਾਪੂ ਨਾਮ ਦੇ ਸਿੱਖ, ਜਿਨ੍ਹਾਂ ਨੇ ਅਰਦਾਸ ਕੀਤੀ, ਮਹਾਰਾਜ ਦੇ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਸ਼ਸਤਰਧਾਰੀ ਹਾਂ ਅਤੇ ਇਹਦੇ ਨਾਲ ਹੀ ਸਾਡਾ ਸਾਰਾ ਰੋਟੀ ਪਾਣੀ ਪਰਿਵਾਰ ਦਾ ਗੁਜ਼ਾਰਾ ਹੁੰਦਾ। ਤੋ ਪਾਤਸ਼ਾਹ ਜੀ ਮੈਨੂੰ ਵੀ ਕੋਈ ਉਪਦੇਸ਼ ਬਖਸ਼ੋ। ਹਜ਼ੂਰ ਨੇ ਮੇਰਾਮਤਾਂ ਕੀਤੀਆਂ ਕਿ ਭਾਈ ਵੈਸੇ ਤਾਂ ਮੌਤ ਸਮਰੱਥ ਹੈ ਕਿ ਜਦੋਂ ਆਉਂਦੀ ਹੈ ਫਿਰ ਨਹੀਂ ਬਖਸ਼ਦੀ, ਕਿਸੇ ਉਦਮ ਨਾਲ ਵੀ ਬਚਿਆ ਨਹੀਂ ਜਾ ਸਕਦਾ, ਪਰ ਜਿੰਨਾ ਸਮਾਂ ਮੌਤ ਨਾ ਆਵੇ, ਲਿਖੀ ਨਾ ਹੋਵੇ, ਉਨਾ ਸਮਾਂ ਰਾਖੀ ਵੀ ਤਾਂ ਮੌਤ ਹੀ ਕਰਦੀ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਫਿਰ ਇਹ ਹੁਕਮ ਕੀਤਾ ਸੀ ਵੀ ਗਊ ਗਰੀਬ ਦੀ ਰੱਖਿਆ ਕਰਨੀ ਸਦਾ। ਸੂਰਮੇ ਦਾ ਧਰਮ ਹੈ ਕਿ ਗਊ ਗਰੀਬ ਦੀ ਰੱਖਿਆ ਕਰੇ, ਮਜ਼ਲੂਮਾਂ 'ਤੇ ਹੁੰਦੇ ਜ਼ੁਲਮ ਨੂੰ ਰੋਕੇ, ਜ਼ਾਲਮਾਂ ਨੂੰ ਠੱਲ ਪਾਵੇ। ਤੋ ਇਸ ਤਰ੍ਹਾਂ ਪਾਤਸ਼ਾਹ ਜੀ ਦੇ ਪਾਸ ਭਾਈ ਨੰਦਾ ਜੀ, ਸੁਆਮੀ ਦਾਸ ਵਰਗੇ ਸਿੱਖ ਪਹੁੰਚੇ, ਜੋ ਜਿਵੇਂ ਕੋਈ ਸ਼ਾਹੂਕਾਰ ਸਨ ਅਤੇ ਇੱਕੋ ਮੁੱਲ ਦਾ ਹੱਟ ਕਰਦੇ, ਸੌਦਾ ਵਪਾਰ ਕਰਦੇ ਹੈ। ਜੋ ਮੰਗਦੇ ਹੈ ਓਨੇ ਕੁ ਮਾਇਆ ਲੈਂਦੇ, ਜਾਂ ਕਹੋ ਜਿੰਨੀ ਕੁ ਲੈਣੀ ਓਨੀ ਕੁ ਮੰਗਦੇ ਹੈ। ਤਾਂ ਪਾਤਸ਼ਾਹ ਜੀ ਦੇ ਪਾਸ ਇਹਨਾਂ ਦੀ ਬੜੀ ਸ਼ੋਭਾ ਹੋਈ। ਜਦੋਂ ਇਹ ਦਰਸ਼ਨ ਕਰਨ ਆਏ, ਸਿੱਖਾਂ ਦੱਸਿਆ ਮਹਾਰਾਜ ਉਹੀ ਹੈ ਜਿਨ੍ਹਾਂ ਨੂੰ ਇੱਕ ਸੁਖਨੀ ਆਖਿਆ ਜਾਂਦਾ ਹੈ। ਹਜ਼ੂਰ ਨੇ ਆਖਿਆ ਭਾਈ ਜਿਹੜਾ ਕਾਰਜ ਕਰਦੇ ਹੋ ਨਾ, ਇਹ ਨਾ ਛੱਡਿਓ ਕਦੇ, ਵੀ ਮਨ ਅਤੇ ਮੁੱਖ ਦੇ ਸਦਾ ਇੱਕ ਰਹਿਣਾ, ਠੱਗੀ ਮਾਰਨ ਦੀ ਮਨਸ਼ਾ ਨਾ ਰੱਖਿਆ ਜੇ, ਸੇਵਾ ਕਰਦੇ ਰਹਿਣਾ ਸਿੱਖਾਂ ਦੀ, ਪੁੰਨ ਬਰਾਬਰ ਕੋਈ ਵੱਡਾ ਖਾਲਸਾ ਮਹਾਰਾਜ ਕਹਿੰਦੇ ਸੱਚ ਨਹੀਂ, ਅਤੇ ਇਸੇ ਤਰ੍ਹਾਂ ਵਾਹਿਗੁਰੂ ਸੱਚ ਬਰਾਬਰ ਕੋਈ ਪੁੰਨ ਨਹੀਂ, ਅਤੇ ਝੂਠ ਬਰਾਬਰ ਕੋਈ ਪਾਪ ਨਹੀਂ। ਇਸ ਤਰ੍ਹਾਂ ਦੇ ਇਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ। ਜਿਨ੍ਹਾਂ ਮਨ ਵਿੱਚ ਸੁਣੇ ਮੰਨੇ ਧਾਰੇ, ਉਹਨਾਂ ਦਾ ਕਲਿਆਣ ਹੋਇਆ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਤੋ ਇਸ ਤਰ੍ਹਾਂ ਮਹਾਰਾਜ ਨੇ ਦਇਆ ਕੀਤੀ। ਭਾਈ ਨੱਥਾ ਜੀ ਵਰਗੇ, ਭਾਈ ਮੋਕਲ ਵਰਗਿਆਂ ਨੂੰ ਵੀ ਮਹਾਰਾਜ ਨੇ ਬੜੀ ਦਇਆ ਕਰਕੇ ਉਪਦੇਸ਼ ਬਖਸ਼ਿਆ। ਉਹਨਾਂ ਪੁੱਛਿਆ ਸੀ ਮਹਾਰਾਜ ਵੀ ਬਾਣੀ ਤੁਹਾਡੀ ਰਚੀ ਗੁਰੂ ਮੁਖ ਤੋਂ, ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਆਦ ਹੈ, ਅਤੇ ਬੜਾ ਆਨੰਦ ਦਿੰਦੀ ਹੈ, ਪਰ ਸਤਿਗੁਰੂ ਕੀ ਰੀਸਾ ਹੋਰ ਕੱਚ ਵਿੱਚ ਬੋਲਦੇ। ਹੋਰ ਬੜੇ ਲੋਕ ਕੱਚੇ ਪਿੱਲੇ ਜਿਹੜੇ ਆਪਦੀ ਬਾਣੀ ਬਣਾ ਕੇ ਸੰਸਾਰ ਵਿੱਚ ਪ੍ਰਚਲਿਤ ਕਰ ਰਹੇ ਹੈ,
ਤੋ ਉਹ ਬਾਣੀ ਸੁਣ ਕੇ ਮਹਾਰਾਜ ਮਨ ਜਮਾਂ ਨਹੀਂ ਦਰਵੀਭੂਤ ਹੁੰਦਾ। ਕੋਈ ਫਰਕ ਨਹੀਂ ਪੈਂਦਾ ਜਿਹੋ ਜੀ ਸੁਣੀ ਜਿਹੋ ਜੀ ਨਾ ਸੁਣੀ। ਪਾਤਸ਼ਾਹ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਸ਼ਕਤੀ ਰੱਖਣ ਵਾਲੀ ਹੈ। ਸਿਆਣੇ ਜਣੋ ਗੁਰਮੁਖੋ, ਜੇ ਕੋਈ ਕਲਿਆਣ ਦੀ ਇੱਛਾ ਕਰਕੇ ਗੁਰਬਾਣੀ ਪੜ੍ਹਦਾ ਨਿਸ਼ਕਾਮ ਹੋ ਕਰਕੇ, ਉਹਨੂੰ ਮਹਾਰਾਜ ਦੀ ਪਾਵਨ ਬਾਣੀ ਬ੍ਰਹਮ ਗਿਆਨ ਦੀਆਂ, ਆਤਮ ਗਿਆਨ ਦੀਆਂ, ਜੀਵਨ ਮੁਕਤ ਦੀਆਂ ਦਾਤਾਂ ਨਾਲ ਨਿਵਾਜਦੀ ਹੈ। ਜੇ ਕੋਈ ਸਹਿਤ ਕਾਮਨਾ ਹੋ ਕੇ ਪੜ੍ਹਦਾ, ਉਹਨੂੰ ਧਰਮ ਅਰਥ ਕਾਮ ਮੋਕਸ਼ੇ ਦਿੰਦੀ ਹੈ। ਤੋ ਚਾਰ ਸ੍ਰੇਸ਼ਟ ਫਲਾਂ ਦੀ ਇਹ ਦਾਤੀ ਪਾਵਨ ਪਵਿੱਤਰ ਗੁਰਬਾਣੀ ਹੈ। ਤੋ ਇਸ ਤਰ੍ਹਾਂ ਖਾਲਸਾ ਜੀ ਸਿੱਖਾਂ ਦੇ ਜਿਵੇਂ ਪ੍ਰਸੰਗ ਆ ਰਹੇ ਹੈ, ਅੱਗੇ ਜਿਵੇਂ ਮਹਾਰਾਜ ਦੇ ਪਾਸ ਕੋਈ ਹੋਰ ਸਿੱਖ ਸੰਗਤਾਂ ਆਉਂਦੀਆਂ ਹੈ, ਭਾਈ ਗੜੀਅਲ ਜੀ ਵਰਗੇ ਵੀ ਆਏ ਸੀ, ਮਥੁਰਾ ਦਾਸ ਵਰਗੇ। ਤੋ ਇਹਨਾਂ ਨੇ ਵੀ ਮਹਾਰਾਜ ਦੇ ਪਾਸ ਬੇਨਤੀ ਕੀਤੀ ਵੀ ਪਾਤਸ਼ਾਹ, ਮਹਾਰਾਜ ਨੇ ਆਖਿਆ ਭਾਈ ਉਪਦੇਸ਼ ਇਹੀ ਹੈ ਵੀ ਸਦਾ ਸਿੱਖਾਂ ਗੁਰਮੁਖਾਂ ਦੀ ਸੇਵਾ ਕਰਨੀ ਹੈ। ਤੋ ਇਹਨਾਂ ਨੇ ਸੇਵਾ ਕਰਕੇ ਹੀ ਬੜਾ ਘਰ ਵਿੱਚ ਲੰਗਰ ਲਾ ਛੱਡਣਾ, ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ, ਇਸ ਤਰ੍ਹਾਂ ਜਿਹੜੀ ਵੈ ਸਤੋਗਤੀ ਨੂੰ ਪ੍ਰਾਪਤ ਹੋਏ। ਗੰਗਾ ਸਹਿਗਲ ਵਰਗਿਆਂ ਨੂੰ ਮਹਾਰਾਜ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਨਹੀਂ, ਜੇ ਨੌਕਰੀ ਕੋਈ ਹੋਰ ਮਿਲਦੀ, ਕਿਸੇ ਮਲੇਸ਼ ਦੀ ਨੌਕਰੀ ਚਾਕਰੀ ਕਰਨ ਨਾਲੋਂ ਚੰਗਾ ਪਾਪ ਕਰੋਗੇ, ਚੰਗਾ ਹੈ ਵੀ ਹਰਗੋਬਿੰਦ ਸਾਹਿਬ ਦੇ ਪਾਸ ਰਹਿ ਲਿਆ ਕਰੋ ਤੁਸੀਂ। ਇੱਥੋਂ ਇਹ ਜੇਕਰ ਆਉਂਦਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਸ਼ਾਸਤਰਾਂ ਵਿੱਚ ਬਹੁਤ ਰੁਚੀ ਰੱਖਦੇ ਸਨ, ਸ਼ਾਸਤਰਧਾਰੀ ਯੋਧੇ ਸਨ ਸੱਚੇ ਪਾਤਸ਼ਾਹ ਜੀ। ਤੋ ਸਿਧਾਂਤ ਪ੍ਰਗਟ ਮਹਾਰਾਜ ਨੇ ਬਾਅਦ ਵਿੱਚ ਕੀਤਾ ਮੀਰੀ ਪੀਰੀ ਦਾ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ। ਪਰ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਸੂਰਮਿਆਂ ਦੀ ਕੋਈ ਫੌਜ ਜਰਨੈਲਾਂ ਦੀ ਪਹਿਲਾਂ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਪਾਤਸ਼ਾਹ ਜੀ ਸਭ ਜਾਣਦੇ ਸੀ ਆਉਣ ਵਾਲੇ ਸਮੇਂ ਵਿੱਚ ਕਿ ਭਾਣਾ ਜਿਹੜਾ ਅਸੀਂ ਆਪ ਹੀ ਵਰਤਾਉਣਾ ਹੈ ਅਤੇ ਆਪ ਹੀ ਉਹਨੂੰ ਠੱਲ ਪਾਉਣੀ ਹੈ। ਅੱਗੇ ਜਿਵੇਂ ਕੁਝ ਖਾਲਸਾ ਜੀ ਸਿੱਖਾਂ ਦੇ ਪ੍ਰਸੰਗ ਆਉਂਦੇ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਪਾਤਸ਼ਾਹ ਨੂੰ ਹਿਰਦੇ ਵਸਾਉਂਦੇ ਹੋਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੁਤੋ ਤਪਾ ਹਰ ਬੰਸ ਇੱਕ। ਇੱਕ ਤਪਾ ਜਿਸ ਦਾ ਨਾਮ ਕਵੀ ਜੀ ਕਹਿੰਦੇ ਹਰਬੰਸ ਹੈ ਸੀ। ਸੇਵ ਕਰਹਿ ਧਰਮਸਾਲ। ਤੇ ਸੇਵਾ ਕਰਦਾ ਜਿੱਥੇ ਗੁਰੂ ਰਾਮਦਾਸ ਮਹਾਰਾਜ ਦੀ ਹੁਣ ਸਰਾਂ ਹੈ ਨਾ, ਉਹ ਰਾਮਦਾਸ ਸਰਾਂ ਉਹਨਾਂ ਸਮਿਆਂ ਵਿੱਚ ਰਹਿਣ ਵਾਸਤੇ ਸਭ ਤੋਂ ਪਹਿਲਾਂ ਉਹ ਕਹੋ ਧਰਮਸ਼ਾਲਾ ਸਰਾਂ ਆਰਾਮਗਾਹ ਬਣੀ ਸੀ, ਬਹੁਤ ਪੁਰਾਤਨ ਹੈ। ਤੋ ਸੱਚੇ ਪਾਤਸ਼ਾਹ ਦੇ ਪਰਥਾਏ ਬੜੀ ਪ੍ਰੇਮਾ ਭਗਤੀ ਰੱਖਣ ਵਾਲਾ ਹਰਬੰਸ ਤਪਾ ਇੱਥੇ ਰਾਮਦਾਸ ਸਰਾਂ ਵਿੱਚ ਬੜੀ ਸੇਵਾ ਕਰਦਾ ਹੈ। ਥਕਤ ਜੋ ਸਿੱਖ ਤਿਸ ਕੇ ਚਰਨ। ਤੇ ਜਿਹੜੀ ਸੰਗਤ ਕੋਈ ਆਉਂਦੀ ਨਾ ਪੈਦਲ ਚੱਲ ਕੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਧੋਏ ਤਪਤ ਜਲ ਨਾਲ। ਤੇ ਉਹਨਾਂ ਦੇ ਚਰਨ ਧੋਏ ਤਪਤ ਜਲ ਨਾਲ। ਉਹਨਾਂ ਦੇ ਜਿਹੜੇ ਚਰਨ ਹੈ ਉਹ ਤਤੇ ਗਰਮ ਜਲ ਕਰਕੇ ਜਿਵੇਂ ਟਕੋਰ ਕਰਦੇ ਹੈ, ਇਸ ਤਰ੍ਹਾਂ ਇਹ ਰੋਜ਼ ਧੋਂਦਾ ਹੈ ਸੀ। ਚੌਪਈ ਦੇਖ ਸ਼ੁੱਧਤ ਭੋਜਨ ਅਚਵਾਵੈ। ਤੇ ਭੁੱਖੇ ਸਿੱਖ ਨੂੰ ਵੇਖ ਕੇ ਭੋਜਨ ਪ੍ਰਸ਼ਾਦਾ ਵੀ ਛਕਾਉਂਦਾ ਹੈ। ਨਿਸਾ ਸਿਪਤ ਕੇ ਪਾਏ ਦਬਾਵੈ। ਤੇ ਸੰਗਤਾਂ ਜਦੋਂ ਕੋਈ ਸੇਵਾ ਕਰਦੀਆਂ ਸੌਂ ਜਾਂਦੀਆਂ, ਉਹ ਸੇਵਾਦਾਰਾਂ ਦੇ ਸੁੱਤਿਆਂ ਹੋਇਆਂ ਦੇ ਚਰਨ ਘੁੱਟ ਦਿੰਦਾ ਹੈ। ਸੀਤ ਕਾਲ ਪੂਰੇ ਤਬ ਦੇਤ। ਤੇ ਕੁਝ ਕੁ ਕੰਬਲੇ ਜਿਹਾ ਪੂਰੇ ਬਿਸਤਰੇ ਜੇ ਬਣਾ ਕੇ ਵੀ ਰੱਖੇ ਹੋਏ ਹੈ। ਠੰਡ ਦੇ ਸਮੇਂ ਵਿੱਚ ਉਹ ਸੁੱਤੇ ਹੋਏ ਜਿਹੜੇ ਕੋਈ ਸਿੱਖ ਹੈ ਠੰਡ ਮਨਾਉਂਦੇ ਉਹਨਾਂ ਦੇ ਉੱਪਰ ਵੀ ਦਿੰਦਾ ਹੈ। ਧਰਮਸਾਲ ਲੇਪਣ ਕਰ ਲੇਤ। ਤੇ ਥੱਲਿਓਂ ਥਾਂ ਉਹਨਾਂ ਸਮਿਆਂ ਵਿੱਚ ਕੱਚੇ ਹੁੰਦੇ ਸਨ, ਤੇ ਕੱਚੇ ਥਾਂ ਧਰਮਸ਼ਾਲਾ ਗੁਰੂ ਰਾਮਦਾਸ ਮਹਾਰਾਜ ਦੀ ਸਰਾਂ ਦੇ ਵਿੱਚ ਲੇਪਣ ਪੋਚਣ ਵੀ ਕਰ ਦਿੰਦਾ, ਜਿਵੇਂ ਆ ਮਿੱਟੀ ਦੇ ਲਾ ਦੇਣੇ, ਪੋਚੇ ਲਾਉਣੇ, ਜਾਂ ਕੋਈ ਝਾੜੂ ਆਦਿਕ ਮਾਰਨਾ ਹੈ। ਜਗ ਹੈ ਪ੍ਰਥਮ ਜੋ ਪਾਛਲ ਰਾਤੀ। ਪਿਛਲੀ ਰਾਤ ਤੋਂ ਸਮਾਂ ਕਾਫੀ ਰਹਿੰਦਿਆਂ, 1:15 ਪਹਿਰ ਰਹਿੰਦਿਆਂ ਹੀ
ਸਭ ਸਿੱਖਾਂ ਦੇ ਜਾਗਣ ਤੋਂ ਪਹਿਲਾਂ ਇਹ ਜਾਗ ਜਾਂਦਾ ਹੈ। ਜਲ ਕਰ ਤਪਤ ਨੁਲਾਏ ਪ੍ਰਭਾਤੀ। ਤੇ ਉੱਠ ਕੇ ਜਿਹੜੇ ਸਿੱਖਾਂ ਨੇ ਇਸ਼ਨਾਨ ਕਰਨਾ ਉਹਨਾਂ ਵਾਸਤੇ ਜਲ ਜਿਹੜਾ ਉਹ ਗਰਮ ਕਰ ਦਿੰਦਾ ਹੈ। ਪੜ੍ਹਤ ਰਹੈ ਪੁਨ ਸਤਿਗੁਰ ਬਾਣੀ। ਤੇ ਸਦਾ ਸਤਿਗੁਰਾਂ ਦੀ ਕੋਈ ਨਾ ਕੋਈ ਬਾਣੀ ਪੜ੍ਹਦਾ ਰਹਿੰਦਾ ਹੈ। ਇਮ ਸੇਵਾ ਕੋ ਠਾਨ ਮਹਾਨੀ। ਇਸ ਤਰ੍ਹਾਂ ਬਾਣੀਆਂ ਬਹੁਤ ਪੜ੍ਹਦਾ। ਆਸਾ ਦੀ ਵਾਰ, ਸੁਖਮਣੀ ਸਾਹਿਬ ਆਦਿਕ ਬਾਣੀਆਂ ਕੰਠ ਵੀ ਹਨ। ਗਰੀਬ ਨਵਾਜ ਮਹਾਰਾਜ ਦੀ ਬਾਣੀ ਬੜੀ ਰੁਚ ਥਾਣ ਕੇ ਬੜੀ ਪੜ੍ਹਦਾ ਰਹਿੰਦਾ ਹੈ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਭਾਈ ਹਰਬੰਸ ਤਪਾ ਬਹੁਤ ਵੱਡਾ ਤਪੀ ਹੈ, ਬੜੀ ਸੇਵਾ ਕਰਨ ਵਾਲਾ ਹੈ। ਕਵ ਗੁਰਦਾਸ ਕੀਨ ਜੋ ਤੇ ਬਾਨੀ। ਭਾਈ ਗੁਰਦਾਸ ਜੀ ਮਹਾਨ ਕਵੀ ਗੁਰੂ ਘਰ ਦੇ। ਭਾਈ ਗੁਰਦਾਸ ਜੀਆਂ ਜਿਹੜੀਆਂ ਵਾਰਾਂ ਤੇ ਸਵਈਏ ਲਿਖੇ ਹਨ, ਉਚਾਰੇ ਹਨ। ਇੱਕ ਦਿਨ ਪੜ੍ਹਤ ਤੋਰ ਚਠਾਨੀ। ਇਹ ਹਰਵੰਸ ਨਾਮੇ ਤਪਾ ਸਿੱਖ ਜਿਹੜਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਵਿਤ, ਸਵਈਏ ਬੜੇ ਪ੍ਰੇਮ ਦੇ ਨਾਲ ਉੱਚੀ ਉੱਚੀ ਨਾਲ ਸੇਵਾ ਕਰਦਾ ਹੈ, ਨਾਲੇ ਇਹ ਪੜ੍ਹ ਰਿਹਾ ਹੈ। ਕਿਤਕ ਸਿੱਖ ਬੋਲੇ ਤਿਸ ਪਾਹੀ। ਤੇ ਕਈ ਜਿਹੜੇ ਕੋ ਮਨਮੁਖ ਹੁੰਦੇ ਆਪ ਹੁਦਰੀ ਧਾਰਨ ਵਾਲੇ ਸਿੱਖ ਭਾਈ ਹਰਬੰਸ ਜੀ ਤਪੇ ਨੂੰ ਇਸ ਤਰ੍ਹਾਂ ਬੋਲੇ ਹਨ। ਗੁਰਬਾਣੀ ਕਿਉਂ ਪੜ੍ਹੈ ਨਾਹੀ। ਵੀ ਤੂੰ ਗੁਰਬਾਣੀ ਭਾਈ ਕਿਉਂ ਨਹੀਂ ਪੜ੍ਹਦਾ। ਸਤਿਗੁਰਾਂ ਦੀ ਬਾਣੀ ਜਪਜੀ ਸਾਹਿਬ ਹੈ, ਸੁਖਮਣੀ ਸਾਹਿਬ, ਆਸਾ ਦੀ ਵਾਰ, ਇਹ ਬਾਣੀਆਂ ਭਲਾ ਤੈਂ ਕਿਉਂ ਨਹੀਂ ਪੜ੍ਹਦਾ ਹੈ। ਅਪਰ ਕਵਿਨ ਕੀ ਸਿੱਖ ਨਹਿ ਪੜ੍ਹੈ। ਗੁਰੂ ਕਾ ਜਿਹੜਾ ਸਿੱਖ ਹੁੰਦਾ ਹੈ ਉਹ ਗੁਰੂ ਤੋਂ ਬਿਨਾ ਹੋਰ ਕਿਸੇ ਦੀ ਬਾਣੀ ਨਹੀਂ ਪੜ੍ਹਦਾ ਹੁੰਦਾ। ਸਤਿਗੁਰ ਸ਼ਬਦ ਪ੍ਰੀਤ ਤੇ ਰੜੇ। ਗੁਰੂ ਪਾਤਸ਼ਾਹ ਦੇ ਜਿਹੜੇ ਸ਼ਬਦ ਹੈ ਗੁਰੂ ਮੁਖ ਤੋਂ ਉਚਾਰੇ ਹੋਏ, ਕੇਵਲ ਤੇ ਕੇਵਲ ਉਹ ਗੁਰਬਾਣੀ ਸ਼ਬਦਾਂ ਨੂੰ ਹੀ ਪ੍ਰੀਤ ਦੇ ਨਾਲ ਦ੍ਰਿੜ ਕਰਦਾ ਹੈ, ਮਨ ਵਿੱਚ ਧਿਆਉਂਦਾ ਗਾਉਂਦਾ ਹੈ। ਝਗਰ ਪਰਸ ਪਰ ਗੁਰ ਟਿਗ ਆਏ। ਤੋ ਇਸ ਤਰ੍ਹਾਂ ਇਹ ਕਹਿੰਦੇ ਹਰਬੰਸ ਤਪਾ ਜੀ ਵੀ ਭਾਈ ਗੁਰਦਾਸ ਜੀ ਵੀ ਸਤਿਗੁਰਾਂ ਦੇ ਘਰੋਂ ਪ੍ਰਮਾਣਿਕ ਸਿੱਖ ਹੈ। ਤੇ ਕਿੱਡੀ ਕੁ ਗੱਲ ਹੈ ਜੇ ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲੈਂਦੇ ਹਾਂ ਨਾਲ ਤਾਂ ਜਪਜੀ ਸਾਹਿਬ, ਆਸਾ ਦੀ ਵਾਰ, ਸੁਖਮਣੀ ਸਾਹਿਬ ਪੜ੍ਹਦੇ ਹੋਏ ਉੱਤੋਂ। ਤੇ ਉਹ ਕੋਈ ਹੈ ਹੁੰਦੇ ਹੀ ਇਹੋ ਜਿਹੇ ਝਗੜਾ ਕਰਨ ਵਾਲੇ, ਉਹ ਬਹੁਤ ਅਪਸ਼ਬਦ ਬੋਲਦੇ ਹੈ, ਆਪਸ ਵਿੱਚ ਬੜਾ ਝਗੜਾ ਵੱਧ ਗਿਆ ਹੈ। ਬਾਦ ਪ੍ਰਸੰਗ ਜੋ ਸਕਲ ਸੁਨਾਏ। ਤੇ ਸਾਰਾ ਜਿਹੜਾ ਪ੍ਰਸੰਗ ਝਗੜੇ ਦਾ ਕਿਸੇ ਨੇ ਆ ਕੇ ਸਾਰਾ ਸਤਿਗੁਰੂ ਜੀ ਨੂੰ ਦੱਸ ਦਿੱਤਾ ਹੈ। ਇਹ ਸਭ ਬਰਜਤ ਤਰਕਤ ਅਹੀ। ਇਹਨਾਂ ਨੂੰ ਜਦੋਂ ਸੱਦਿਆ ਤੇ ਭਾਈ ਹਰਬੰਸ ਜੀ ਕਹਿੰਦੇ ਮਹਾਰਾਜ ਵੇਖੋ ਨਾ, ਮੈਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਤੇ ਆ ਮਨਮੁਖ ਆਪ ਹੁਦਰੇ ਲੋਕ ਆਪਦੇ ਆਪ ਨੂੰ ਸਿੱਖ ਕਹਾਉਂਦੇ, ਮੈਨੂੰ ਤੁਹਾਡੇ ਸਿੱਖ ਦੀ ਬਾਣੀ ਪੜ੍ਹਨ ਤੋਂ ਰੋਕਦੇ ਆ, ਬੜੀ ਹੁਜਤਾਂ ਤਰਕਾਂ ਕਰਦੇ ਆ। ਪੜ੍ਹਨ ਗਿਰਾ ਗੁਰਦਾਸ ਜੋ ਕਹੀ। ਵੀ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਤੁਸੀਂ ਆਪ ਹੀ ਗਿਰਾ ਕਹੀਏ ਬਚਨ ਕਹੇ ਹੋਏ ਆ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨ ਦੇ ਬਾਬਤ। ਸੁਣ ਸ਼੍ਰੀ ਅਰਜਨ ਬਾਕ ਉਚਾਰਾ। ਐਵੇਂ ਮੂਰਖ ਜੇ ਮਹਾਰਾਜ ਮੈਨੂੰ ਰੋਕਦੇ ਆ। ਪਾਤਸ਼ਾਹ ਜੀ ਨੇ ਸੁਣ ਕੇ ਬਚਨ ਕੀਤਾ ਹੈ। ਜਿਸ ਮਹਿ ਸ਼੍ਰੀ ਗੁਰ ਸੁਜਾਸ ਉਚਾਰਾ। ਮਹਾਰਾਜ ਕਹਿੰਦੇ ਭਾਈ ਸਾਰੀ ਸੰਗਤ ਸੁਣ ਲਓ, ਜਿਸ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸ਼ੋਭਾ ਵਡਿਆਈ ਕੀਤੀ ਹੋਵੇਗੀ, ਸਤਿਨਾਮ ਕੀ ਮਹਿਮਾ ਕਹੀ। ਜਿਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਨਾਮ ਕਥੇ ਹੈ, ਨਾਮ ਦੀ ਮਹਿਮਾ, ਨਾਮ ਦਾ ਮਹਾਤਮ ਦੱਸਿਆ ਹੋਵੇ, ਤਿਸ ਕਹ ਪੜ੍ਹਾ ਸਤਰ ਕਹ ਨਹੀਂ। ਉਹ ਸਾਰੇ ਪੜ੍ਹਿਆ ਕਰੋ ਭਾਈ। ਤੇ ਉੱਥੇ ਕੋਈ ਤਰਕ ਹੁਜਤ ਨਹੀਂ ਕਰਨੀ ਵੀ ਇਹ ਤਾਂ ਗੁਰੂ ਦੀ ਬਾਣੀ ਨਹੀਂ ਹੈ। ਜਿਹੜੀ ਬਾਣੀ ਕੋਈ ਕਿਸੇ ਸਿੱਖ ਦੀ ਪੜ੍ਹਿਆ ਹਿਰਦੇ ਵਿੱਚ ਪ੍ਰੇਮ ਜਾਗੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸ਼ੋਭਾ ਜਿਹਦੇ ਵਿੱਚ ਲਿਖੀ ਹੈ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਤਿਗੁਰ ਸਮਤਾ ਚਾਹੈ ਜੇ ਮੂਢ। ਬਾਕੀ ਜਿਹੜੇ ਕੋਈ ਸਤਿਗੁਰੂ ਦੀ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੀ, ਘਰ ਦੀ ਬਰਾਬਰੀ ਚਾਹੁੰਦੇ ਕੋਈ ਈਰਖਾ ਦੇ ਮਾਰੇ ਮੂਰਖ ਲੋਕ, ਕਿਮ ਲਖ ਸਕੈ ਜੇ ਆਸੈ ਗੂੜ। ਉਹਨਾਂ ਦੀ ਉਚਾਰੀ ਕੋਈ ਬਾਣੀ ਨਹੀਂ ਪੜ੍ਹਨੀ। ਉਹ ਕਿਵੇਂ ਭਲਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਜਾਣ ਸਕਦੇ ਮੂਰਖ ਲੋਕ ਹਨ। ਸੋ ਨਹਿ ਪੜ੍ਹਾ ਕਰਹਾ ਤਿਸ ਤਰਕ। ਉਹ ਬੜਾ ਡੂੰਘਾ ਗੂੜ ਆਸ਼ਾ ਸਿਧਾਂਤ ਨਹੀਂ ਜਾਣਦੇ ਮਹਾਰਾਜ ਦੇ ਘਰ ਦਾ। ਤੇ ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਐਵੇਂ ਆਪਦੇ ਸ਼ਬਦ ਬਣਾ ਕੇ ਤੇ ਛੱਡੀ ਜਾਂਦੇ ਆ। ਤੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਉਹ ਨਹੀਂ ਪੜ੍ਹਨੇ, ਉਹ ਸਾਰਿਆਂ ਨੂੰ ਅਸੀਂ ਵਰਜਿਤ ਕਰਦੇ ਹਾਂ।
ਕਰਹੁ ਤਿਸ ਤਰਕ, ਉਹਦੇ ਤੇ ਤੁਸੀਂ ਤਰਕ ਕਹੀਏ ਤਿਆਗਣਾ ਕਰੋ। ਇਹੋ ਜਿਹੀ ਬਾਣੀ ਨਹੀਂ ਪੜ੍ਹਨੀ ਜਿਹੜੀ ਕਿਸੇ ਨੇ ਆਪ ਦੇ ਕੋਲੋਂ ਹੀ ਕਿਸੇ ਮਨਮੁਖ ਨੇ ਬਣਾ ਛੱਡੀ ਹੋਵੇ। ਜੋ ਸਿੱਖ ਪੜ੍ਹੈ ਪਰਹੈ ਮਤ ਫਰਕ। ਤੇ ਸਾਡਾ ਹੁਕਮ ਛੱਡ ਕੇ ਜਿਹੜਾ ਸਿੱਖ ਉਹ ਪੜ੍ਹੇਗਾ ਕੋਈ ਐਸਿਆਂ ਵੈਸਿਆਂ ਦੀ ਉਚਾਰੀ ਹੋਈ ਬਾਣੀ, ਉਹਦੀ ਮੱਤ ਵਿੱਚ ਫਰਕ ਪੈ ਜਾਵੇਗਾ, ਉਹ ਬੁੱਧ ਖੋ ਪਵੇਗਾ ਆਪਦੀ, ਦਿਮਾਗ ਬਲ ਸੰਤੁਲਨ ਜਿਹੜਾ, ਬਾਕੀ ਉਹਦੀ ਮੱਤ ਵਿੱਚ ਸ਼ਰਧਾ ਨਹੀਂ ਰਹੇਗੀ। ਅਪਰ ਜੇ ਗੁਰਬਾਣੀ ਅਨੁਸਾਰ। ਤੇ ਹੋਰ ਜਿਹੜੇ ਕੋਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਗੁਰਬਾਣੀ ਦੇ ਅਨੁਸਾਰ ਹਨ, ਕੈ ਵਰਨਨ ਜਿਹ ਪ੍ਰਭ ਅਵਤਾਰ। ਜਾਂ ਗੁਰੂ ਪਾਤਸ਼ਾਹ ਦੀ ਸੋਭਾ ਕੀਤੀ ਹੋਵੇ, ਤੇ ਜਾਂ ਫਿਰ ਕੋਈ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰਾਂ ਦਾ, ਜਿਵੇਂ ਵੀ ਉਹ ਪਰਮੇਸ਼ਰ ਨੇ ਭਗਤਾਂ ਦੀ ਰੱਖਿਆ ਕੀਤੀ, ਇਹੋ ਜਿਹੇ ਜਿਹਦੇ ਵਿੱਚ ਕਥਨ ਹੋਣ, ਪਰਮੇਸ਼ਰ ਦੀ ਵਡਿਆਈ ਹੋਵੇ। ਸਤਿਗੁਰ ਹਰਿ ਸੰਬੰਧੀ ਸੰਬੰਧਣੀ ਬਾਣੀ। ਜਿਹੜੀ ਸਤਿਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਸੰਬੰਧ ਰੱਖਣ ਵਾਲੀ ਕੋਈ ਬਾਣੀ ਹੈ, ਜਾਂ ਕੋਈ ਹਰੀ ਪਰਮੇਸ਼ਰ ਦੀ ਸੋਭਾ ਗਾਉਣ ਵਾਲੀ, ਸੰਬੰਧ ਰੱਖਣ ਵਾਲੀ ਬਾਣੀ ਹੈ। ਪੜ੍ਹਾ ਸੁਣਾਓ ਨਿਸਚੈ ਔਰ ਠਾਨੀ। ਉਹ ਸਿੱਖ ਪੜ੍ਹਿਆ ਕਰਨ, ਸੁਣਿਆ ਵੀ ਕਰਨ, ਮਨ ਵਿੱਚ ਭਰੋਸਾ ਵੀ ਰੱਖਣ। ਮਤ ਸਰ ਕਰ ਗੁਰ ਸੋ ਜਿਨ ਕਰੀ। ਤੇ ਬਾਕੀ ਜਿਹੜੀ ਕੋਈ ਕਿਸੇ ਨੇ ਈਰਖਾ ਕਰਕੇ ਸਤਿਗੁਰਾਂ ਦੇ ਘਰ ਨਾਲ ਬਾਣੀ ਲਿਖੀ ਉਚਾਰੀ ਆ ਨਾ, ਵੀ ਸਿੱਖ ਗੁਰਬਾਣੀ ਪੜ੍ਹਦੇ ਆ ਤੇ ਖਰੇ ਸਾਡਾ ਵੀ ਦੁਕਾਨਦਾਰੀ ਚੱਲੇ, ਅਸੀਂ ਵੀ ਬਰਾਬਰ ਹੀ ਕੋਈ ਇਹੋ ਜਿਹੀ ਬਾਣੀ, ਜਿਵੇਂ ਆ ਨਿਰੰਕਾਰੀਆਂ ਨੇ ਲਿਖੀ ਸੀ ਨਾ ਇੱਕ ਅਵਤਾਰ ਬਾਣੀ, ਉਹਦੇ ਵਿੱਚ ਬੜਾ ਆਪਦੇ ਟੱਪੇ ਬਣਾ ਬਣਾ ਕੇ ਉਹ ਗੁਰਬਚਨੇ ਨੂੰ, ਗੁਰੂ ਉਹਦੀ ਮਾਤਾ ਨੂੰ ਜਗਤ ਮਾਤਾ ਦਰਸਾਇਆ ਪਿਆ। ਤੋ ਇਹੋ ਜਿਹੇ ਵਿਸ਼ੇ ਭੋਗਣ ਵਾਲਿਆਂ ਨੂੰ ਹੁਣ ਵੀ ਕਈ ਜਿਹੜੇ ਆ ਆਪਦੇ ਹੀ ਕੋਲੋਂ ਹੀ ਟੱਪੇ ਬਣਾ ਬਣਾ ਕੇ ਤੇ ਆਪਦੇ ਕੋਈ ਉਹ ਪਿਛਲਿਆਂ ਨੂੰ ਹੀ ਗੁਰੂ ਸਿੱਧ ਕਰੀ ਜਾਂਦੇ ਆ, ਪਰਮੇਸ਼ਰ ਸਿੱਧ ਕਰੀ ਜਾਂਦੇ ਹਨ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਆ ਨਾ ਕੋਈ ਲੋਕ ਆ, ਮਹਾਰਾਜ ਦੇ ਘਰ ਨਾਲ ਈਰਖਾ ਕਰਕੇ ਤੇ ਆਪਦੀਆਂ ਹੀ ਪੰਕਤੀਆਂ ਬਣਾਈ ਜਾਂਦੇ ਆ, ਬਾਣੀ ਉਚਾਰੀ ਜਾਂਦੇ, ਉਹ ਸਿੱਖ ਕੋਈ ਨਾ ਪੜ੍ਹੇ ਜੀ। ਕਹਿ ਵਿਸ਼ਯਨ ਕੈ ਨਰ ਕਥ ਤਰੀ। ਕਈ ਵਿਸ਼ਈ ਲੋਕ ਜਾਂ ਕੋਈ ਵਿਸ਼ੇ ਪੈਦਾ ਕਰਨ ਵਾਲੀ ਕੋਈ ਬਾਣੀ ਬਣਾਈ ਜਾਵੇ, ਵਿਸ਼ੇ ਪੈਦਾ ਕਰਨ ਵਾਲੀ ਕੋਈ ਕਵਿਤਾ ਹੋਵੇ, ਤੇ ਚਾਹੇ ਜੇ ਕਿਸੇ ਨੇ ਕਿਸੇ ਮਨੁੱਖ ਦੀ ਸੋਭਾ ਐਵੇਂ ਹੀ ਧਰ ਮਾਰੀ ਹੈ, ਕਿਸੇ ਮਨੁੱਖ ਦਾ ਕਿੱਸਾ ਜਿਹੜਾ ਲਿਖ ਮਾਰਿਆ ਹੋਵੇ, ਤਿਨ ਕਾ ਪੜ੍ਹਨ ਬਾਦ ਹੈ ਐਸੇ। ਉਹ ਇਹੋ ਜਿਹੀਆਂ ਲਿਖਤਾਂ ਪੜ੍ਹਨੀਆਂ, ਉਹਨੂੰ ਬਾਣੀ ਵੀ ਕਹਿਣਾ ਮਾੜੀ ਗੱਲ ਹੈ, ਤੇ ਉਹਨੂੰ ਪੜ੍ਹਨਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਫਲ ਹੁੰਦਾ ਹੈ। ਬਿਨ ਬਰਖਾ ਕਨ ਗਰਜਤ ਜੈਸੇ। ਜਿਵੇਂ ਬਿਨਾਂ ਬਰਖਾ ਤੋਂ ਬੱਦਲ ਗਰਜੀ ਜਾਣ, ਮੀਂਹ ਤਾਂ ਪਾਉਣ ਨਾ ਤੇ ਇਕੱਲੇ ਗੱਜੀ ਜਾਣ, ਇਸ ਤਰ੍ਹਾਂ ਉਹ ਪੜ੍ਹੀ ਸੁਣੀ ਦਾ ਕੋਈ ਫਲ ਨਹੀਂ ਹੁੰਦਾ ਹੈ। ਜਿਸ ਮਹਿ ਗੁਰ ਅਰ ਹਰ ਤਰਕੰਤੇ। ਜਿਨ੍ਹਾਂ ਦੇ ਵਿੱਚ ਗੁਰੂ ਦੇ ਬਾਬਤ ਤਰਕ ਕੀਤੀ ਹੋਵੇ, ਭੈੜੇ ਸ਼ਬਦ ਨਿਰਾਦਰ ਤਿਸਕਾਰ ਦੇ ਵਰਤੇ ਹੈ, ਪਰਮੇਸ਼ਰ ਤੋਂ ਜਿਹੜੀ ਕੋਈ ਮੁਨਕਰ ਕਰਨ ਵਾਲੀ, ਕਿਉਂਕਿ ਨਾਸਤਕਾਂ ਨੇ ਵੀ ਬੜੇ ਗ੍ਰੰਥ ਲਿਖੇ ਆ ਨਾ, ਅੰਨ ਅੰਨ ਤੇ ਹੋਤ ਜਿਉਂ ਘਾਸ ਘਾਸ ਤੇ ਹੋਏ, ਤੈਸੇ ਮਨੁੱਛ ਮਨੁੱਛ ਤੇ ਅਵਰ ਨ ਕਰਤਾ ਕੋਏ। ਜਿਵੇਂ ਅੰਨ ਤੋਂ ਅੰਨ ਪੈਦਾ ਹੋਈ ਜਾਂਦਾ, ਘਾਹ ਤੋਂ ਘਾਹ ਪੈਦਾ ਹੋਈ ਜਾਂਦਾ, ਕਹਿੰਦੇ ਮਨੁੱਖ ਤੋਂ ਮਨੁੱਖ ਪੈਦਾ ਹੋਈ ਜਾਂਦਾ, ਹੋਰ ਕੌਣ ਬਣਾਉਣ ਵਾਲਾ, ਕੋਈ ਰੱਬ ਰੁੱਬ ਨਹੀਂ ਹੈ। ਉਹ ਇਸ ਤਰ੍ਹਾਂ ਕਹਿੰਦੇ ਆ, ਵੀ ਹੈ ਤਾਂ ਉਹ ਵੀ ਬਾਣੀ ਆ ਨਾ ਉਹਨਾਂ ਦੀ। ਉਹ ਕਹਿੰਦੇ, ਤੇ ਉਹ ਪਾਤਸ਼ਾਹ ਕਹਿੰਦੇ ਆ ਇਸ ਤਰ੍ਹਾਂ ਜਿਹੜੀ ਪਰਮੇਸ਼ਰ ਦੇ ਬਾਬਤ ਸ਼ਰਧਾ ਘਟਾਉਂਦੀ ਹੈ, ਇਹੋ ਜਿਹੇ ਮੂਰਖਾਂ ਦੇ ਜੋ ਲਿਖੇ ਗ੍ਰੰਥ ਹਨ। ਤਰਕ ਨਰਕ ਪਰਹਿ ਜੇ ਪੜਹਿ ਸੁਨੰਤੇ। ਉਹ ਜਿਹੜਾ ਸੁਣੇਗਾ ਤੇ ਪੜ੍ਹੇਗਾ ਭਾਈ, ਉਹ ਸਦਾ ਨਰਕਾਂ ਵਿੱਚ ਪਵੇਗਾ, ਕੋਈ ਕੱਢੇਗਾ ਨਹੀਂ। ਆਰ ਕੀਨਸ ਗੁਰਦਾਸ ਜੁਬਾਨੀ। ਰਹੀ ਗੱਲ ਭਾਈ ਗੁਰਦਾਸ ਜੀ ਦੀ ਬਾਣੀ ਦੀ, ਭਾਈ ਗੁਰਦਾਸ ਜੀ ਦੇ ਵਾਰਾਂ ਕਬਿਤ ਸਵਈਏ ਜੋ ਹਨ, ਗੁਰਬਾਣੀ ਕੇ ਆਸੈ ਠਸਾਨੀ। ਭਾਈ ਜਾਣ ਲਓ ਸਾਰੀ ਸੰਗਤ ਵੀ ਗੁਰਬਾਣੀ ਦੇ, ਗੁਰੂ ਬਾਣੀ ਦੇ ਆਸ਼ੇ ਅਨੁਸਾਰ ਹੈ, ਵੀ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਉਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਬਿਤ ਸਵਈਏ ਵਿੱਚ ਆ, ਵੀ ਇਹ ਗੁਰਮਤਿ ਤੋਂ ਬਾਹਰ ਨਹੀਂ ਹੈ, ਸਤਿਗੁਰਾਂ ਦੇ ਆਸ਼ੇ ਸਿਧਾਂਤ ਨਾਲ ਮਿਲੀ ਹੋਈ ਬਾਣੀ ਹੈ। ਐਸੀ ਪਠਬੇ ਗੁਰਮਤ ਪਾਵੈ। ਤੇ ਜਿਹੜਾ ਕੋਈ ਇਹੋ ਜਿਹੀ ਬਾਣੀ ਭਾਈ ਗੁਰਦਾਸ ਜੀ ਵਰਗਿਆਂ ਗੁਰਮੁਖਾਂ ਦੀ ਪੜ੍ਹਦਾ ਹੈ,
ਉਹ ਗੁਰੂ ਮਤ ਨੂੰ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਸਰਧਾ ਹਿਰਦੈ ਵਧਾਵੈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸ਼ਰਧਾ ਹਿਰਦੇ ਵਿੱਚ ਵੱਧ ਜਾਂਦੀ ਹੈ। ਸਿੱਖੀ ਕੋ ਪ੍ਰਾਪਤ ਨਰ ਹੋਏ। ਤੇ ਸਿੱਖੀ ਪ੍ਰਾਪਤ ਕਰ ਲੈਂਦੇ ਆ ਜਾਂ ਮਹਾਨ ਸਿੱਖਾਂ ਦੇ ਰੁਤਬਿਆਂ ਨੂੰ ਪ੍ਰਾਪਤ ਹੋ ਜਾਂਦੇ ਆ। ਹਰ ਗੁਰ ਸਜਸ ਧਰ ਕਹ ਨਹਿ ਕੋਏ। ਇਸ ਕਰਕੇ ਭਾਈ ਹਰੀ ਪਰਮੇਸ਼ਰ ਤੇ ਇੱਕ ਗੁਰੂ, ਇਹਨਾਂ ਦਾ ਵਡਿਆਈ ਕਰਨੀ ਹੈ। ਇਹਨਾਂ ਦੀ ਵਡਿਆਈ ਵਿੱਚ ਰੁਕਾਵਟ ਨਹੀਂ ਪਾਉਣੀ, ਕਦੇ ਕਦੇ ਤਰਕ ਨਹੀਂ ਕਰਨੀ ਹੈ। ਰੁਚ ਸੋ ਪੜ੍ਹ ਸੁਨਹ ਸਿੱਖ ਪਾਵਹ। ਤੇ ਭਾਈ ਇਸ ਕਰਕੇ ਕੋਈ ਪੜੋ ਬਾਣੀ ਜਿਹਦੇ ਵਿੱਚ ਪਰਮੇਸ਼ਰ ਦੀ ਸੋਭਾ ਹੈ। ਭਾਈ ਗੁਰਦਾਸ ਜੀ ਵਰਗਿਆਂ ਦੇ ਵਾਰ ਕਬਿਤ ਸਵਈਏ ਸੁਣੋ ਪੜੋ ਤੇ ਬੜਾ ਸੁਖ ਪ੍ਰਾਪਤ ਕਰੋਗੇ। ਗੁਰ ਕੀ ਪ੍ਰਭ ਕੀ ਕਥਾ ਸੁਨਾਵਹ। ਹਾਂ, ਉਸ ਬਾਣੀ ਵਿੱਚ ਗੁਰੂ ਕੀ, ਪਰਮੇਸ਼ਰ ਦੀ, ਪ੍ਰਭੂ ਦੀ ਬੜੀ ਸੋਭਾ ਸੁਣਾਈ ਹੋਈ ਹੈ। ਉਹ ਅੱਗੇ ਦੀ ਅੱਗੇ ਸੁਣਾਉਣਾ ਕਰੋ, ਜਾਂ ਜਿਸ ਗ੍ਰੰਥਾਂ ਵਿੱਚ ਗੁਰੂ ਦੀ, ਪਰਮੇਸ਼ਰ ਦੀ ਸੋਭਾ ਹੋਵੇ ਉਹ ਪੜ੍ਹਨੇ ਸੁਣਾਉਣੇ ਚਾਹੀਦੇ ਹੈ। ਸ਼੍ਰੀ ਅਰਜਨ ਤੇ ਸੁਨ ਸਭ ਮਾਨੀ। ਪਾਤਸ਼ਾਹ ਤੋਂ ਸੁਣ ਕੇ ਸ਼੍ਰੇਸ਼ਟ ਉਪਦੇਸ਼ ਸਭ ਸੰਗਤਾਂ ਨੇ ਮੰਨ ਲਿਆ ਹੈ। ਪਠਨ ਲੱਗੇ ਗੁਰ ਕ੍ਰਿਤ ਮਹਾਨੀ। ਪਾਤਸ਼ਾਹ ਦੀ ਮਹਾਨ ਕ੍ਰਿਤ ਗੁਰਬਾਣੀ ਪੜ੍ਹਨ ਲੱਗੇ ਹੈ। ਤੋਂ ਨਾਲ ਭਾਈ ਗੁਰਦਾਸ ਜੀ ਵਰਗੇ ਦੀ ਵਾਰਾਂ ਕਵਿਤ ਸਵਈਆਂ ਨੂੰ ਵੀ ਮਹਾਰਾਜ ਨੇ ਪ੍ਰਮਾਣਤਾ ਦਿੱਤੀ ਹੈ। ਅਨੰਦ ਮੁਰਾਰੀ ਸੁਮਤ ਮਹਾਨੀ। ਆ ਭਾਈ ਇਸੇ ਤਰ੍ਹਾਂ ਮੁਰਾਰੀ, ਭਾਈ ਆਨੰਦ ਜੀ ਜਿਹੜੇ ਮੁਰਾਰੀ ਜਿਹੜਾ ਨਾਮ ਹੈ, ਤੇ ਭਾਈ ਆਨੰਦ ਜੀ ਜਿਹੜੇ ਹੈ, ਇਸੇ ਤਰ੍ਹਾਂ ਆਨੰਦ ਜਾਤ ਦੇ ਇੱਕ ਭਾਈ ਮੁਰਾਰੀ ਜੀ ਹੈ, ਸ਼੍ਰੇਸ਼ਟ ਮਤ ਵਾਲੇ ਹਨ। ਮਹਾਪੁਰਖ ਸਿੱਖ ਆਤਮ ਗਿਆਨੀ। ਬੜੇ ਮਹਾਂਪੁਰਖ ਹੈ, ਬੜੇ ਆਤਮ ਗਿਆਨੀ ਗੁਰਮੁਖ ਪਿਆਰੇ। ਨਾਨੋ ਲਟਕਣ ਜਾਤ ਸੁਜਾਨਾ। ਭਾਈ ਨਾਨੋ ਜੀ, ਭਾਈ ਲਟਕਣ ਜੀ ਜਿਹੜੀ ਸੁੰਦਰ ਜਾਤ ਵਾਲੇ ਹਨ। ਬਿੰਦਰਾਓ ਸਿੱਖ ਮਿਲ ਕਲਿਆਣਾ। ਤੇ ਜਾਂ ਸੁਜਾਨ ਬੜੇ ਸਿਆਣੇ ਆ, ਜਾਤ ਜਾਣੇ ਪੈਂਦੇ ਆ। ਤੇ ਇਸੇ ਤਰ੍ਹਾਂ ਜਿਹੜੇ ਹੈ ਪਾਤਸ਼ਾਹ ਮਹਾਰਾਜ ਦੇ ਪਾਸ ਹੋਰ ਕੌਣ ਆ ਰਿਹਾ ਹੈ, ਤੋ ਇਸੇ ਬਿੰਦ ਰਾਏ ਨਾਮ ਦਾ ਇੱਕ ਸਿੱਖ ਵੀ ਪਾਤਸ਼ਾਹ ਮਹਾਰਾਜ ਦੇ ਪਾਸ ਪਹੁੰਚਿਆ ਹੈ। ਨਾਲ ਭਾਈ ਕਲਿਆਣਾ ਜੀ ਹਨ। ਆਲਮ ਚੰਦ ਹਾਂਡਾ ਜੋ ਉਚਾਰਾ। ਇੱਕ ਆਖੀ ਦਾ ਭਾਈ ਆਲਮ ਚੰਦ, ਤੇ ਇਹ ਰਾਜਪੂਤਾਂ ਵਿੱਚੋਂ ਹਾਂਡਾ ਜਾਤ ਗੋਤਰ ਦਾ ਹੈ। ਤਾਲਵਾੜ ਬਹਰੋ ਸਹਿਸਾਰਾ। ਭਾਈ ਸਹਿਸਾਰਾ ਜੀ ਤਾਲਵਾੜ ਗੋਤ ਦਾ ਹੈ। ਸਭ ਮਿਲ ਕਰ ਜਿਨ ਮਨ ਜਗਿਆਸੀ। ਇਹ ਸਾਰੇ ਸਿੱਖ ਮਿਲ ਕੇ ਪਾਤਸ਼ਾਹ ਦੇ ਪਾਸ ਆਏ, ਜਿਨ੍ਹਾਂ ਦੇ ਮਨ ਵਿੱਚ ਮੁਕਤੀ ਪ੍ਰਾਪਤ ਕਰਨ ਦੀ ਜਗਿਆਸੀ ਆਸਾ ਜਾਗੀ ਹੋਈ ਹੈ। ਆਏ ਸ਼੍ਰੀ ਅਰਜਨ ਕੇ ਪਾਸੀ। ਤੇ ਪਾਤਸ਼ਾਹ ਤੋਂ ਸੁਖ ਲੈਣ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਆਣ ਦਰਸ਼ਨ ਕੀਤੇ ਹੈ। ਕਰ ਬੰਦਨ ਕੋ ਅਰਜ ਗੁਜਾਰੀ। ਹੱਥ ਜੋੜ ਕੇ ਮੱਥਾ ਟੇਕਿਆ, ਬੇਨਤੀਆਂ ਕੀਤੀਆਂ ਹਨ। ਗੁਰੂ ਗਰੀਬ ਨਿਵਾਜ ਮੁਰਾਰੀ। ਇਹ ਮੁਰਾਦਕ ਦੈਂਤਾਂ ਦੇ ਆਰੀ ਵੈਰੀ ਪ੍ਰਭੂ ਪਰਮੇਸ਼ਰ, ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਜੀ। ਦੇਹੋ ਉਪਦੇਸ਼ਕ ਹਰਹਾ ਦੁਖ ਭਾਰਾ। ਪਾਤਸ਼ਾਹ ਮਹਾਰਾਜ ਸਾਨੂੰ ਵੀ ਉਪਦੇਸ਼ ਬਖਸ਼ੋ, ਸਾਡਾ ਵੀ ਭਾਰਾ ਜੰਮਣ ਮਰਨ ਦਾ ਦੁੱਖ ਕੱਟ ਦਿਓ ਜੀ। ਸ਼ਰਨ ਪਰੇ ਸਭ ਕਰਹਾ ਉਧਾਰਾ। ਅਸੀਂ ਸਾਰੇ ਤੁਹਾਡੀ ਸ਼ਰਣੀ ਪਏ ਐ, ਸਾਡਾ ਉਧਾਰਾ ਕਰੋ ਜੀ। ਸ੍ਰੀ ਸਤਿਗੁਰ ਜੀ ਬਾਕ ਪ੍ਰਕਾਸ਼ਾ। ਸੁਣ ਕੇ ਪਾਤਸ਼ਾਹ ਦੀਆਂ ਇੱਕ ਬਚਨ ਪ੍ਰਕਾਸ਼ ਕੀਤਾ ਉਚਾਰਿਆ ਹੈ। ਕਰਹਾ ਸ਼ਬਦ ਕੋ ਨਿਤ ਅਭਿਆਸਾ। ਮਹਾਰਾਜ ਕਹਿੰਦੇ ਭਾਈ ਰੋਜ਼ ਸ਼ਬਦ ਦਾ, ਗੁਰਬਾਣੀ ਦਾ, ਵਾਹਿਗੁਰੂ ਵਾਹਿਗੁਰੂ ਦਾ, ਮੂਲ ਮੰਤਰ ਦਾ ਇਹ ਅਭਿਆਸ ਕਰਨਾ ਚਾਹੀਏ। ਸਿੱਖ ਸੰਤਨ ਕੀ ਸੇਵਾ ਧਰੀ ਹੈ। ਤੇ ਆਏ ਗਏ ਸਿੱਖਾਂ ਸਾਧੂਆਂ ਸੰਤਾਂ ਦੀ ਸੇਵਾ ਮਨ ਵਿੱਚ ਧਾਰ ਲੈਣੀ ਹੈ। ਸਤਿਨਾਮ ਕੋ ਸਿਮਰਨ ਕਰੀਆ ਹੈ। ਤੇ ਵਾਹਿਗੁਰੂ ਮੰਤਰ ਗੁਰ ਮੰਤਰ ਦਾ ਸਿਮਰਨ ਵੀ ਕਰਦੇ ਰਹਿਣਾ ਹੈ। ਸੁਣਤ ਗੁਰੂ ਤੇ ਸਭਿਨ ਬਖਾਨਾ। ਪਾਤਸ਼ਾਹ ਤੋਂ ਸੁਣ ਕੇ ਸਾਰਿਆਂ ਫਿਰ ਬੇਨਤੀ ਕੀਤੀ ਹੈ। ਹਮ ਜਬ ਸ਼ਬਦ ਸੁਨਹਿ ਦੇ ਕਾਨਾ। ਪਾਤਸ਼ਾਹ ਜਦੋਂ ਤੁਹਾਡੀ ਗੁਰਬਾਣੀ ਦਾ ਕੋਈ ਸ਼ਬਦ ਸੁਣਦੇ ਆ, ਕੋਈ ਕੀਰਤਨ ਸੁਣਦੇ ਹਾਂ ਕੰਨ ਦੇ ਕਰਕੇ, ਤਬ ਮਨ ਨਿਮਰ ਸਿਮਰ ਸਤਨਾਮ। ਉਦੋਂ ਸੰਗਤ ਵਿੱਚ ਬੈਠਿਆਂ ਸਾਡਾ ਮਨ ਨਿਮਰਤਾ ਸਹਿਤ ਹੋ ਜਾਂਦਾ, ਨਿਵ ਜਾਂਦਾ, ਤੇ ਸਦਾ ਵਾਹਿਗੁਰੂ 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 ਜਪਦੇ ਰਹੀਏ।
ਇਸ ਤਰ੍ਹਾਂ ਗੱਲ ਬਣ ਜਾਂਦੀ ਹੈ। ਪੁਨ ਵਿਵਹਾਰ ਕਰਹਿ ਜਬ ਧਾਮ। ਪਰ ਜਦੋਂ ਉਸ ਕਥਾ ਕੀਰਤਨ ਤੋਂ ਬਾਅਦ ਸੰਗਤ ਛੱਡ ਕੇ ਸਮਾਪਤੀ ਤੇ ਘਰ ਚਲੇ ਜਾਂਦੇ ਆ, ਕੰਮਾਂ ਕਾਰਾਂ ਵਿੱਚ ਜਾ ਕੇ ਲੱਗ ਜਾਂਦੇ ਹਾਂ। ਬਿਸਰ ਜਾਤ ਨਹਿ ਚਿਤ ਮਹਿ ਰਹੈ। ਮਹਾਰਾਜ ਤੁਹਾਡੇ ਘਰ ਦੀ ਦਿੱਤੀ ਸਮੱਤ, ਕੋ ਕਥਾ, ਕੋ ਕੀਰਤਨ, ਗੁਰਬਾਣੀ ਜਿਹੜੀ ਪੜ੍ਹੀ, ਉਪਦੇਸ਼ ਦਿੱਤਾ, ਮਹਾਰਾਜ ਸੰਗਤ ਵਿੱਚ ਤਾਂ ਬਹੁਤ ਯਾਦ ਰਹਿੰਦੀ, ਜੀ ਕਰਦਾ ਵੀ ਜਪੀਏ, ਨਾਮ ਚਾਹੀਦਾ ਜਪਣਾ, ਜਪੀਦਾ ਵੀ ਹੈ। ਪਰ ਜਦੋਂ ਮਹਾਰਾਜ ਘਰੇ ਧੰਦਿਆਂ ਵਿੱਚ ਲੱਗ ਜਾਈਦਾ ਹੈ, ਉਦੋਂ ਪਤਾ ਨਹੀਂ ਕੀ ਗੱਲ ਹੈ, ਸਭ ਕੁਝ ਮਨ ਚੋਂ ਵਿਸਰ ਜਾਂਦਾ ਹੈ, ਕੁਝ ਯਾਦ ਨਹੀਂ ਰਹਿੰਦਾ ਹੈ। ਸੁਣ ਸਤਿਗੁਰ ਤਿਨ ਸੋ ਤਬ ਕਹੈ। ਸੁਣ ਕੇ ਪਾਤਸ਼ਾਹ ਜੀ ਨਾ ਤਾਈ ਕਹਿਣ ਲੱਗੇ ਹਨ, ਅਜਹਾਂ ਤੁਮਾਰੇ ਔਰ ਅਭਿਆਸ। ਪਾਤਸ਼ਾਹ ਕਹਿੰਦੇ ਭਾਈ ਅਜੇ ਤਾਂ ਤੁਹਾਡੇ ਹਿਰਦੇ ਵਿੱਚ ਜਿਹੜਾ ਅਭਿਆਸ ਨਹੀਂ ਬਣਿਆ, ਵੀ ਗੁਰਬਾਣੀ ਦਾ ਅਭਿਆਸ ਅਜੇ ਨਹੀਂ ਹੋਇਆ ਹੈ। ਨਹਿ ਦ੍ਰਿੜ ਭਇਓ ਕਰਹੁ ਨਿਰਜਾਸ। ਇਹ ਨਿਰਣਾ ਕਰ ਲਓ ਸਾਰੇ ਵੀ ਅਜੇ ਤੁਸੀਂ ਗੁਰਬਾਣੀ ਪੜ੍ਹਦੇ ਤੇ ਸੁਣਦੇ ਹੋ ਕੱਲੀ, ਅਜੇ ਅਭਿਆਸ ਤੁਹਾਡੇ ਮਨ ਵਿੱਚ ਬਣਿਆ ਨਹੀਂ, ਪੱਕਾ ਨਹੀਂ ਹੋਇਆ ਹੈ। ਅਨੇਕ ਜਨਮ ਦੁਰਮਤ ਵਿਵਹਾਰਾ। ਤੇ ਕਹਿੰਦੇ ਮਹਾਰਾਜ ਫਿਰ ਬਾਣੀ ਪੜ੍ਹਿਆ ਮਨ ਟਿਕਦਾ ਕਿਉਂ ਨਹੀਂ? ਪਾਤਸ਼ਾਹ ਕਹਿੰਦੇ ਆ ਕਿ ਭਾਈ ਗੱਲ ਇਹ ਹੈ ਵੀ ਇਹ ਕਿਹੜਾ ਅੱਜ ਦਾ ਜੀਵ ਹੋਣੀ ਮਨੁੱਖਾ ਜਾਮਾ ਧਾਰਿਆ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਪਿੱਛੇ ਕਿੰਨੇ ਜਨਮ ਭੋਗੇ ਐ, ਉਹਨਾਂ ਜਨਮਾਂ ਵਿੱਚ ਕਿੰਨੇ ਪਾਪ ਕੀਤੇ ਐ। ਉਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਿਆ ਕਾਲਾ ਹੋਆ ਸਿਆ ਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੌ ਧੋਵਣ ਪਾਹੋ। ਜਿਵੇਂ ਕੋਈ ਆ ਕੋਹਲੂ ਦੀ ਲੀਰ ਨਹੀਂ ਨਾ ਉਜਲੀ ਹੁੰਦੀ ਗੀ, ਕਿੰਨੇ ਚਿਰ ਦੀ ਉਹ ਕੋਹਲੂ ਪੂੰਝਿਆ ਜਾਂਦਾ ਉਹਦੇ ਨਾਲ, ਜਿੰਨੇ ਮਰਜ਼ੀ ਧੋਈ ਜਾਓ। ਇਸ ਤਰ੍ਹਾਂ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਿੰਨੇ ਜਨਮਾਂ ਦੀ ਇਸ ਮਨ ਨੂੰ ਪਈ ਮੈਲ ਲੱਗੀ ਹੋਈ ਹੈ। ਅਤੇ ਸੰਗਤ ਵਿੱਚ ਆ ਕੇ ਉਹ ਮੈਲ ਧੋਪਣ 'ਤੇ ਸਮਾਂ ਲੱਗਦਾ, ਐਡੀ ਛੇਤੀ ਗੱਲ ਨਹੀਂ ਬਣਦੀ ਹੈ। ਸੋ ਅਭਿਆਸ ਬਲੀ ਉਰ ਤਾਰਾ। ਇਸ ਕਰਕੇ ਜਿਹੜਾ ਅਭਿਆਸ ਹੈ ਨਾ ਬੜਾ ਬਲੀ ਹੈ। ਅਭਿਆਸ ਮਨ ਵਿੱਚ ਧਾਰ ਲਓ ਵੀ ਜਿਹੜੀ ਗੁਰਬਾਣੀ ਸੁਣਨੀ ਹੈ ਨਾ ਉਹਨੂੰ ਮੰਨਣਾ ਹੈ ਅਤੇ ਅਭਿਆਸ ਕਰਨਾ ਹੈ। ਵਾਰ ਕਥਾ ਚੇਤੇ ਕਰੀ ਜਾਓ, ਕੋਈ ਕੀਰਤਨ ਸੁਣਿਆ ਉਹ ਸ਼ਬਦ ਗਾਈ ਜਾਓ, ਦਿਨ ਰਾਤ ਵਾਹਿਗੁਰੂ 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 ਸਿਮਰਨ ਦੀ ਬਹੁਤ ਲੋੜ ਹੈ ਭਾਈ, ਕਿਉਂਕਿ ਮਨ ਬਹੁਤ ਮੈਲਾ, ਜਨਮਾਂ ਜਨਮਾਂਤਰਾਂ ਤੋਂ ਪਾਪ ਕਮਾਉਂਦਾ ਹੈ। ਗੁਰੂ ਸ਼ਬਦ ਮਹਿ ਅਬ ਅਭਿਆਸਾ। ਤੇ ਜਦੋਂ ਫਿਰ ਹੁਣ ਗੁਰੂ ਪਾਤਸ਼ਾਹ ਦੀ ਗੁਰਬਾਣੀ ਕਥਾ ਕੀਰਤਨ ਸ਼ਬਦ ਵਿੱਚ ਅਭਿਆਸ ਲੱਗ ਜਾਂ ਅਭਿਆਸ ਪੈ ਜਾਂਦਾ ਹੈ, ਅਭਿਆਸ ਹੋ ਜਾਂਦਾ ਹੈ। ਭਇਓ ਅਲਪ ਹੀ ਨਹੀਂ ਪ੍ਰਕਾਸ਼ਾ। ਵੀ ਅਜੇ ਤਾਂ ਥੋੜ੍ਹਾ ਹੀ ਹੈ ਅਭਿਆਸ ਤੁਹਾਡਾ, ਤੇ ਜਿਸ ਕਰਕੇ ਕੋਈ ਬਹੁਤਾ ਪ੍ਰਕਾਸ਼ ਨਹੀਂ ਹੋਇਆ, ਅਭਿਆਸ ਪ੍ਰਗਟ ਨਹੀਂ ਹੋਇਆ ਹੈ। ਬਹੁ ਦਿਨ ਕੋ ਦ੍ਰਿੜ ਤਨ ਅਭਿਮਾਨ। ਬਾਕੀ ਬੜੇ ਸਾਲਾਂ ਤੋਂ ਜਿਹੜਾ ਜਨਮ ਜਦੋਂ ਦਾ ਹੋਇਆ, ਸਾਨੂੰ ਹੋਰ ਨਹੀਂ, ਚਲੋ ਦੂਜੇ ਪਾਪ ਤਾਂ ਛੱਡੋ, ਸਾਨੂੰ ਤਨ ਦਾ ਹੀ ਹੰਕਾਰ ਨਹੀਂ ਟਿਕਣ ਦਿੰਦਾ ਵੀ ਮੈਂ ਫਲਾਣਾ ਆ, ਮੇਰੇ ਕੋਲ ਆਇਆ, ਮੇਰੇ ਕੋਲ ਆਇਆ, ਮੇਰਾ ਸਰੀਰ ਬੜਾ ਸੋਹਣਾ ਹੈ, ਮੇਰਾ ਕੱਦ ਕਾਠ ਹੈ, ਮੇਰਾ ਸੁਰਖ ਗੋਰਾ ਰੰਗ ਹੈ। ਆਪਦੇ ਸਰੀਰ ਦਾ ਹੀ ਆ ਸਾਨੂੰ ਜਿਹੜਾ ਹੰਕਾਰ ਹੈ ਉਹ ਟਿਕਣ ਨਹੀਂ ਦਿੰਦਾ ਹੈ। ਸਨੈ ਸਨੈ ਕੀਜਹਿ ਸੁਹਾਨ। ਜੀ ਸੰਗਤ ਕਰੋ, ਅਭਿਆਸ ਕਰੋ, ਕਥਾ ਕੀਰਤਨ ਸੁਣੋ, ਗਾਓ। ਸਾਰਿਆਂ ਤੋਂ ਪਹਿਲਾਂ ਤਾਂ ਸਰੀਰ ਦਾ ਹੰਕਾਰ ਆਪਾਂ ਛੱਡਣਾ ਹੈ, ਮਨ ਤਾਂ ਟਿਕਣਾ ਬਾਅਦ ਦੀ ਗੱਲ ਹੈ, ਪਹਿਲਾਂ ਸਰੀਰ ਦਾ ਹੰਕਾਰ ਛੱਡਿਆ ਜਾਵੇ। ਪਠਨ ਸ਼ਰਵਣ ਨਿਤ ਕਰਹੁ ਵਿਸਾਲਾ। ਬੜਾ ਭਾਰੀ ਗੁਰਬਾਣੀ ਸਾਰਾ ਦਿਨ ਜਿੰਨਾ ਹੋ ਸਕੇ ਪੜ੍ਹੋ, ਜਿੰਨੀ ਹੋ ਸਕੇ ਬਾਣੀ ਸੁਣੋ, ਸੁਣ ਕੇ ਵਿਚਾਰਨੀ ਚਾਹੀਦੀ ਹੈ। ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ। ਜਦੋਂ ਸਾਡੇ ਮਨ ਦੇ ਵਿੱਚ ਜਾਂ ਸੁਰਤੀ ਵਿੱਚ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਦਾ, ਕਥਾ ਦਾ ਪੱਕਾ ਅਭਿਆਸ ਬਣ ਜਾਵੇਗਾ, ਹੋਏ ਬੇਸਿਮਰਨ ਤਨ ਅਭਿਮਾਨ। ਤੇ ਜਦੋਂ ਬੇਸਿਮਰਨ ਵਿਸ਼ੇਸ਼ ਕਰਕੇ ਸਿਮਰਨ ਹੋਣ ਲੱਗ ਜਾ, ਤੇ ਜਾਂ ਬੇਸਿਮਰਨ ਕੀ ਬੇਰਹਿਤ ਸਿਮਰਨ, ਯਾਦ ਤੋਂ ਸਰੀਰ ਦਾ ਅਭਿਮਾਨ ਹੋ ਜਾਵੇ, ਭਾਵ ਕਿ ਜਦੋਂ ਸਰੀਰ ਦਾ ਹੰਕਾਰ ਟੁੱਟ ਜਾਵੇਗਾ, ਸਰੀਰ ਦੀ ਸੁੱਧ ਬੁੱਧ ਭੁੱਲ ਜਾਵੇਗੀ, ਵੀ ਸਰੀਰ ਦੇ ਪਿੱਛੇ ਜਿਵੇਂ ਅਸੀਂ ਠੱਗੀਆਂ ਮਾਰਦੇ ਹਾਂ, ਆਪਦੀ ਜਿੰਦ ਲੁਕਾਉਂਦੇ ਫਿਰਦੇ ਹਾਂ, ਚਾਹੇ ਅੱਲਾ ਪਰਮੇਸ਼ਰ ਦੀ ਅਮਾਨਤ ਹੈ। ਪਾਤਸ਼ਾਹ ਕਹਿੰਦੇ ਕਿ ਜਦੋਂ ਅਭਿਆਸ ਦੇ ਨਾਲ
ਸਭ ਤੋਂ ਪਹਿਲਾਂ ਸਰੀਰ ਦਾ ਹੰਕਾਰ, ਸਰੀਰ ਦੀ ਮਮਤਾ ਟੁੱਟ ਜਾਵੇਗੀ। ਤਬ ਤੁਮਰੀ ਹੋਵੈ ਕਲਿਆਣ। ਤੇ ਜਦੋਂ ਸਰੀਰ ਦਾ ਦੇਹ ਅਧਿਆਸ ਛੁੱਟ ਜਾਂਦਾ ਹੈ, ਉਸ ਤੋਂ ਬਾਅਦ ਫਿਰ ਤੁਹਾਡੀ ਕਲਿਆਣ ਹੋਵੇਗੀ। ਨੀਰ ਪ੍ਰਵਾਹ ਹੋਤ ਹੈ ਜੈਸੇ। ਉਹ ਮਹਾਰਾਜ ਨੂੰ ਕਹਿੰਦੇ ਵੀ ਪਾਤਸ਼ਾਹ ਸਮਝ ਨਹੀਂ ਲੱਗੀ, ਚੱਜ ਨਾਲ ਜਿਵੇਂ ਕੋਈ ਪ੍ਰਮਾਣ ਦੇ ਕੇ ਸਮਝਾਓ, ਸਾਡੀ ਮੱਤ ਬਹੁਤ ਮੋਟੀ ਹੈ। ਗਰੀਬ ਨਵਾਜ ਫਿਰ ਪ੍ਰਮਾਣ ਦੇ ਕੇ ਸਮਝਾਉਣ ਲੱਗੇ ਕਿ ਸਾਧ ਸੰਗਤ ਜੀ, ਜਿਵੇਂ ਪਾਣੀ ਹੁੰਦਾ ਤੇ ਪਾਣੀ ਦਾ ਸੁਭਾਅ ਹੁੰਦਾ ਨੀਰ ਪ੍ਰਵਾਹ ਹੋਤ ਹੈ ਜੈਸੇ। ਪਾਣੀ ਦੇ ਪ੍ਰਵਾਹ ਦਾ ਸੁਭਾਅ ਹੁੰਦਾ ਨੀਵੇਂ ਜਾਣ ਦਾ। ਸੁਣੈ ਸੁਣੈ ਉਲਟ ਹੈ ਬਿਦ ਕੈਸੇ। ਤੇ ਜੇ ਕਿਸੇ ਪਾਸੇ ਫਰਜ਼ ਕਰੋ ਪਾਣੀ ਵਗ ਰਿਹਾ, ਕੋਈ ਨਦੀ ਖਾਲਾ, ਤੇ ਜੇ ਆਪਾਂ ਆਖੀਏ ਵੀ ਹੁਣ ਇਹ ਖਾਲਾ ਇੱਧਰੋਂ ਮੋੜ ਕੇ ਦੂਜੇ ਪਾਸੇ ਨੂੰ ਲੈ ਕੇ ਜਾਣਾ ਹੈ, ਪਾਣੀ ਜਿੱਧਰੋਂ ਆਉਂਦਾ ਇੱਧਰੋਂ ਮੋੜ ਕੇ ਤੇ ਦੂਜੇ ਪਾਸੇ, ਜਾਂ ਜਿੱਧਰ ਜਾ ਰਿਹਾ ਪਾਣੀ ਦਾ ਪ੍ਰਵਾਹ ਪੈ ਰਿਹਾ, ਇੱਥੋਂ ਪ੍ਰਵਾਹ ਮੋੜ ਕੇ ਤੇ ਹੋਰ ਪਾਸੇ ਲਿਜਾਣਾ ਹੋਵੇ ਤਾਂ ਇਹ ਕਿਸੇ ਵਿਧ ਨਾਲ ਜਾਇਆ ਜਾਂਦਾ। ਵੀ ਐਂ ਤਾਂ ਨਹੀਂ ਨਾ ਪਾਣੀ ਦੂਜੇ ਪਾਸੇ ਮੁੜ ਜਾਂਦਾ, ਉਹ ਕਿਸੇ ਤਰੀਕੇ ਨਾਲ ਹੀ ਜਾਂਦਾ ਹੈ। ਕਰੇ ਜਤਨ ਬਹ ਅਨਥਲ ਬਹੈ। ਵੀ ਬੜਾ ਯਤਨ ਕਰਨ ਦੇ ਨਾਲ ਵਗਦਾ ਪਾਣੀ ਹੋਰ ਥਾਂ ਤੇ ਵਗਾਇਆ ਜਾਂਦਾ ਹੈ। ਵੀ ਜੇ ਖਾਲੇ ਦਾ, ਨਦੀ ਦਾ ਪਾਣੀ ਇੱਕ ਥਾਂ ਵਗਦਾ ਹੈ, ਜੇ ਇਹਦਾ ਪ੍ਰਵਾਹ ਮੋੜ ਕੇ ਹੋਰ ਪਾਸੇ ਲਿਜਾਣਾ ਹੈ ਤੇ ਬੜਾ ਯਤਨ ਕਰਨਾ ਪੈਂਦਾ ਹੈ। ਨਾਹੀਂ ਤਾਂ ਪ੍ਰਥਮ ਥਾਨ ਹੀ ਰਹੈ। ਜੇ ਯਤਨ ਨਾ ਕਰੀਏ ਤੇ ਜਿੱਥੇ ਵਗਦਾ ਉੱਥੇ ਹੀ ਪੱਕਾ ਵਗੀ ਜਾਂਦਾ ਹੈ। ਪੂਰਬ ਕਰੀਐ ਮਨ ਨੀਵਾਨ। ਉਹ ਕਹਿੰਦੇ ਮਹਾਰਾਜ ਫਿਰ ਸਮਝਾਓ ਵੀ ਕਿਵੇਂ ਮਨ ਦੀ ਬਾਬਤ। ਪਾਤਸ਼ਾਹ ਕਹਿੰਦੇ ਜਿਵੇਂ ਪਾਣੀ ਦਾ ਜਿੱਥੇ ਕੋਈ ਖਾਲਾ, ਕੋਈ ਨਾਲੀ ਵਹਿੰਦੀ ਪਈ, ਉੱਥੇ ਹੀ ਵਹੀ ਜਾਊਗੀ। ਜੇ ਉਹਨੂੰ ਪਾਸੇ ਆਸੇ ਕਰਨਾ ਜਾਂ ਹੋਰ ਪਾਸੇ ਮੋੜਨਾ ਤੇ ਸਾਰਿਆਂ ਤੋਂ ਪਹਿਲਾਂ ਜਿੱਧਰ ਲਿਜਾਣਾ ਉਹ ਥਾਂ ਨੀਵਾਂ ਕਰਨਾ ਪੈਂਦਾ, ਫਿਰ ਪਾਣੀ ਜਿਹੜਾ ਉਹ ਉੱਧਰ ਨੂੰ ਤੁਰ ਪੈਂਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਮਨ ਦੀ ਹਾਲਤ ਹੈ। ਮਨ ਵਹੀ ਜਾਂਦਾ, ਵਿਸ਼ਿਆਂ ਵਾਲੇ ਪਾਸੇ ਨੂੰ ਤੁਰਿਆ ਜਾਂਦਾ, ਕਿਉਂਕਿ ਵਿਸ਼ਿਆਂ ਵਾਲੇ ਪਾਸੇ ਨਿਵਾਣ ਹੋਈ ਪਈ ਆ। ਵਿਸ਼ੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਭੋਗੀ ਜਾਂਦੇ ਹਾਂ, ਤੇ ਗੁਰਬਾਣੀ ਵਾਲੇ ਪਾਸਿਓਂ ਥਾਂ ਇੱਧਰ ਉੱਚਾ। ਜੇ ਤੁਸਾਂ ਨੇ ਇਹ ਜਿਹੜਾ ਵਿਸ਼ਿਆਂ ਦਾ ਵਹਿਣ ਇਹ ਮੋੜ ਕੇ ਇਹਨੂੰ ਹੋਰ ਪਾਸੇ ਬਦਲਣਾ ਹੈ, ਭਾਵ ਕਿ ਬਿਰਤੀ ਦੇ ਵਹਿਣ ਨੂੰ ਵਿਸ਼ਿਆਂ ਵਾਲੇ ਪਾਸੇ ਵਹਿਣ ਤੋਂ ਰੋਕ ਕੇ ਬਿਰਤੀ ਦੇ ਵਹਿਣ ਨੂੰ ਪਰਮੇਸ਼ਰ ਵਾਲੇ ਪਾਸੇ ਮੋੜਨਾ ਹੈ। ਤੋ ਗਰੀਬ ਨਵਾਜ ਕਹਿੰਦੇ ਜੇ ਮਨ ਉੱਚਾ ਹੈ ਤਾਂ ਇਧਰ ਨੂੰ ਬਾਣੀ ਨਹੀਂ ਚੜ੍ਹਦੀ ਪਈ, ਇਹ ਮਨ ਨੀਵਾਂ ਕਰਨਾ ਚਾਹੀਦਾ ਹੈ। ਪਾਵਹ ਬੰਧ ਬ੍ਰਿਤੁ ਹਮ ਬ੍ਰਹਮ ਗਿਆਨ। ਤੇ ਬਿਰਤੀ ਨੂੰ ਬ੍ਰਹਮ ਗਿਆਨ ਦਾ ਬੰਨ ਪਾ ਕੇ ਨਾ ਇੱਕ ਪਾਸੇ ਨੂੰ ਜਦੋਂ ਰੁਕ ਜਾਵੇਗਾ ਪਾਣੀ ਤੇ ਮਨ ਵਾਲਾ ਪਾਸਾ ਨੀਵਾਂ ਕਰ ਲਓ, ਸੁਤੇ ਸਿੱਧੀ ਫਿਰ ਮਨ ਵਾਲੇ ਪਾਸੇ ਨੂੰ ਬਾਣੀ ਦਾ ਪ੍ਰਵਾਹ ਚੱਲ ਪੈਂਦਾ ਹੈ। ਬਿਰਤੀ 'ਚ ਬ੍ਰਹਮ ਗਿਆਨ ਦਾ ਬੰਨ ਲਾ ਲੈਣਾ ਹੈ। ਸਤ ਸੰਤੋਖ ਆਦ ਗੁਣ ਧਰੇ। ਹਾਂ, ਫਿਰ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਗੁਣ ਧਾਰਨ ਕਰਕੇ ਇਨ ਜਤਨਹ ਤੇ ਸੋ ਮੁਰ ਪਰੇ। ਇੰਨੇ ਯਤਨ ਕਰਨੇ ਪੈਂਦੇ ਆ, ਫੇਰ ਜਾ ਕੇ ਮਨ ਮੁੜਦਾ ਹੈ ਵਿਸ਼ਿਆਂ ਵਾਲੇ ਪਾਸਿਓਂ। ਇਸ ਭੈੜੇ ਮਨ ਦਾ ਵਹਿਣ ਜਿਹੜਾ ਹੈ, ਜਬ ਪ੍ਰਵਾਹੇ ਇਤ ਦਿਸ਼ ਕੋ ਪਇਓ। ਜਦੋਂ ਪ੍ਰਵਾਹ ਫਿਰ ਇੱਧਰ ਨੂੰ ਹੋ ਜਾਂਦਾ ਨਾ, ਵੀ ਹੁਣ ਜਿਵੇਂ ਬਾਹਰ ਮੁਖੀ ਬਿਰਤੀ ਹੈ, ਬਿਰਤੀ ਦਾ ਹੀ ਪ੍ਰਵਾਹ ਆ, ਹੁਣ ਵਿਸ਼ਿਆਂ 'ਚ ਲੱਗੀ ਹੋਈ ਹੈ। ਤੇ ਜਦੋਂ ਇਹ ਪਰਮੇਸ਼ਰ ਵਾਲੇ ਪਾਸੇ ਲੱਗ ਜਾਂਦੀ ਹੈ, ਬਾਹਰ ਉਪਾਏ ਨ ਕੁਛ ਰਹਿ ਗਇਓ। ਫਿਰ ਕੋਈ ਉਪਾਅ ਨਹੀਂ ਕਰਨਾ ਪੈਂਦਾ। ਹੁਣ ਸਾਹ ਆਪਾਂ ਲੈਨੇ ਖਾਲਸਾ ਜੀ, ਤੇ ਸਾਨੂੰ ਯਾਦ ਕਰਨਾ ਪੈਂਦਾ ਵੀ ਭਲਾ ਸਾਹ ਲਈਏ। ਹੁਣ ਸਿਮਰਨਾ ਬਣਿਆ ਹੋਇਆ ਨਾ ਸਵਾਸ ਦਾ, ਇਸ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਹੈ ਵੀ ਹੁਣ ਤਾਂ ਯਾਦ ਕਰਨਾ ਪੈਂਦਾ ਪਰਮੇਸ਼ਰ, ਕਿਉਂਕਿ ਬਿਰਤੀ ਭੁੱਲ ਜਾਂਦੀ ਹੈ, ਟੁੱਟ ਕੇ ਹੋਰ ਪਾਸੇ ਲੱਗ ਜਾਂਦੀ ਹੈ। ਤੇ ਜਦੋਂ ਇਹ ਬਿਰਤੀ ਲੱਗ ਗਈ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਨੂੰ, ਇੱਕ ਵਾਰੀ ਖਾਲਾ ਪੁੱਟ ਕੇ ਵਗਾਉਣਾ ਪੈਂਦਾ ਪਾਣੀ, ਫਿਰ ਉਹ ਆਪੇ ਹੀ ਤੁਰਿਆ ਜਾਂਦਾ ਉਸ ਪਾਸੇ ਨੂੰ। ਜਿਵੇਂ ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ, ਗੰਢੇ ਗੋੜ ਰਹੇ ਸੀ ਕਹਿੰਦੇ ਬਾਬਾ ਬੁੱਲੇ ਸ਼ਾਹ ਜੀ, ਤੇ ਕਿਸੇ ਨੇ ਆ ਕੇ ਸਵਾਲ ਕੀਤਾ, ਮਹਾਰਾਜ ਵੀ ਮਨ ਦੀ ਹਾਲਤ ਦੱਸੋ, ਵੀ ਮਨ ਬਹੁਤ ਦੁਖੀ ਕਰਨ ਵਾਲੀ ਸ਼ੈ ਹੈ। ਉਹ ਕਹਿੰਦੇ ਜੀ ਕੋਈ ਔਖਾ ਨਹੀਂ। ਇੱਕ ਪਾਸਿਓਂ ਸਾਧ ਸੰਗ ਜੀ ਉਹ ਕਣ ਨਹੀਂ ਪੁੱਟਦੇ ਹੁੰਦੇ, ਉਹ ਕਣ ਪੁੱਟਣ ਗੰਢੇ ਦਾ ਤੇ ਦੂਜੇ ਪਾਸੇ ਲਾ ਦੇਣ। ਤੇ ਕਹਿੰਦੇ ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਵੀ ਜਿਵੇਂ ਇੱਧਰੋਂ ਪੁੱਟ ਕੇ ਇੱਧਰ ਲਾ ਦਿੱਤੇ ਕਣ ਤੇ ਉਹ ਗੰਢੇ ਦਾ ਰੂਪ ਧਾਰ ਜਾਂਦੇ ਆ। ਇਹ ਬਿਰਤੀ ਹੈ ਸਾਧ ਸੰਗ ਜੀ। ਜਿੰਨਾ ਸਮਾਂ ਵਿਸ਼ਿਆਂ ਵਿੱਚ ਲੱਗੀ ਰਹਿੰਦੀ ਹੈ, ਉਹਨਾਂ ਸਮਾਂ ਜ਼ਿੰਦਗੀ ਨਰਕ ਬਣੀ ਰਹਿੰਦੀ ਹੈ, ਦੁੱਖ ਰੂਪ ਬਣੀ ਰਹਿੰਦੀ ਹੈ।
ਜਦੋਂ ਸਾਡੀ ਬਿਰਤੀ ਪਰਮੇਸ਼ਰ ਵਾਲੇ ਪਾਸੇ ਲੱਗ ਜਾਂਦੀ ਹੈ, ਫੇਰ ਕੋਈ ਪਤਾ ਨਹੀਂ ਲੱਗਦਾ। ਨਾ ਵੀ ਜਪੋ ਤਾਂ ਵੀ ਸਿਮਰਨ ਸੁਤੇ ਸਿੱਧ ਹੋਈ ਜਾਂਦਾ, ਕਿਉਂਕਿ ਬਿਰਤੀ ਦੀ ਸਾਰੀ ਬਾਤ ਹੈ। ਤੋ ਪਾਤਸ਼ਾਹ ਜੀ ਕਹਿੰਦੇ ਕੇਰਾਂ ਹੀ ਖਾਲਜਾ ਵਗਾਉਣਾ ਪੈਂਦਾ ਜਲ ਦਾ। ਜਦੋਂ ਤੁਰ ਪੈਂਦਾ ਇੱਕ ਵਾਰੀ ਨੀਵਾਂ ਕਰ ਦਿਓ, ਫਿਰ ਆਪੇ ਹੀ ਉਧਰ ਨੂੰ ਤੁਰਿਆ ਜਾਂਦਾ। ਇਸ ਤਰ੍ਹਾਂ ਹੀ ਬਿਰਤੀ ਹੈ ਭਾਈ, ਪਹਿਲਾਂ ਵਿਸ਼ਿਆਂ ਨੂੰ ਤੁਰੀ ਫਿਰਦੀ ਹੈ, ਜਦੋਂ ਇੱਧਰ ਨੂੰ ਲਾ ਲਓ ਪਰਮੇਸ਼ਰ ਦੇ ਘਰ ਨੂੰ, ਫਿਰ ਸੁਤੇ ਸਿੱਧ ਹੀ ਇਸ ਪਾਸੇ ਤੁਰ ਪਈਦਾ ਹੈ। ਕੋਈ ਉਪਾਅ ਨਹੀਂ ਕਰਨਾ ਪੈਂਦਾ ਹੈ, ਪ੍ਰਾਪਤ ਹੋਏ ਸੁਖੇਨ ਆਨੰਦ। ਤੇ ਬਸ ਸੌਖਾ ਹੀ ਆਨੰਦ ਪ੍ਰਾਪਤ ਹੋ ਜਾਂਦਾ। ਇਕੱਲੀ ਬਿਰਤੀ ਮੋੜ ਲਓ, ਅੱਗੇ ਆਨੰਦ ਹੀ ਆਨੰਦ ਹੈ। ਨਹੀਂ ਸੋ ਵਿਆਪਹਿ ਦੁਖ ਦਾ ਦੁੰਦ। ਦੁੰਦਾਵਾਦ ਦੁਬਦਾ ਬਿਗਨ ਈਰਖਾ ਕਲੇਸ਼, ਇਹ ਨਹੀਂ ਫਿਰ ਪਾਉਂਦੇ, ਪਤਾ ਨਹੀਂ ਚੱਲਦਾ, ਜੀਵਨ ਸੁਖਾਲਾ ਹੋ ਜਾਂਦਾ, ਸਭ ਕੁਝ ਭੁੱਲ ਜਾਂਦਾ, ਪਰਮੇਸ਼ਰ ਕੱਲਾ ਕੇਵਲ ਯਾਦ ਰਹਿ ਜਾਂਦਾ ਹੈ। ਸ੍ਰੀ ਗੁਰ ਤੇ ਸੁਣ ਭਗਤ ਸੁਠਾਨੀ। ਆਏ ਨਾ ਸਾਰਿਆਂ ਮਹਾਰਾਜ ਤੋਂ ਸੁੰਦਰ ਸਿੱਖਿਆ ਸੁਣੀ, ਤੇਰੇ ਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਹੈ ਜਾਂ ਭਗਤੀ ਕਰਨ ਵਿੱਚ ਲੱਗ ਗਏ ਹਨ। ਭਇਓ ਮੁਰਾਰੀ ਆਤਮ ਗਿਆਨੀ। ਭਾਈ ਮੁਰਾਰੀ ਜੀ ਵਰਗੇ ਇਹੋ ਜਿਹੇ ਗੁਰਸਿੱਖ ਫਿਰ ਬੜੇ ਭਾਰੀ ਆਤਮ ਗਿਆਨੀ ਤਤ ਬੇਤੇ ਬਣ ਗਏ, ਹਜ਼ੂਰ ਦੀ ਸਿੱਖਿਆ ਲੈ ਕਰਕੇ। ਭਾਨੂ ਸੁਘੜ ਸੋ ਜਗਨਾਨੰਦ। ਭਾਈ ਭਾਨੂ ਜੀ ਸੁਗੜੇ ਜਾਤ ਦਾ ਭਾਈ ਜਗਨਾਨੰਦ ਹੈ ਇੱਕ ਸਿੱਖ। ਆਏ ਗੁਰੂ ਅਰਜਨ ਪਦ ਬੰਦ। ਦੋਵੇਂ ਪਾਤਸ਼ਾਹ ਦੇ ਪਾਸ ਪਹੁੰਚੇ, ਨਮਸਕਾਰ ਕੀਤੀ ਹੈ। ਬੈਠਤ ਆਪਨ ਬਿਰਤੰਤ ਬਖਾਨਾ। ਬਹਿ ਕੇ ਆਪਦਾ ਬਰਤਾਂਤ, ਆਪਦੇ ਮਨ ਦੀ ਹਾਲਤ ਦੱਸਣ ਲੱਗੇ ਹਨ। ਹਮਰੋ ਕਹਿ ਇੰਦਰੀ ਅਰ ਪ੍ਰਾਨਾ। ਪਾਤਸ਼ਾਹ ਮਹਾਰਾਜ ਅਸੀਂ ਆਪਦੇ ਇੰਦਰੀਆਂ ਨੂੰ, ਕਰਮ ਗਿਆਨ ਤੇ ਆਪਦੇ ਮਹਾਰਾਜ ਪ੍ਰਾਨਾਂ ਨੂੰ ਬੜਾ ਕੰਟਰੋਲ ਕਾਬੂ ਵਿੱਚ ਰੱਖਦੇ ਹਾਂ। ਸਿਮਰਨ ਕਰਹਿ ਸਮੇਤ ਉਪਾਏ। ਤੇ ਇਸ ਤਰ੍ਹਾਂ ਦੇ ਯਤਨੋਂ ਸਮੇਤ ਅਸੀਂ ਬੜਾ ਸਿਮਰਨ ਵੀ ਕਰਦੇ ਹਾਂ। ਚਹਿਤ ਹਿਰਦੈ ਪ੍ਰਭ ਲਿਵ ਲਗ ਜਾਏ। ਅਸੀਂ ਇੱਛਾ ਰੱਖਦੇ ਮਨ ਵਿੱਚ ਵੀ ਸਾਡੀ ਵੀ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਵੇ, ਸਾਡੀ ਵੀ ਸੁਰਤੀ ਜੁੜ ਜਾਵੇ ਜੀ। ਜਬ ਹੈ ਪਦਾਰਥ ਕੁਛ ਦ੍ਰਿਸ਼ਟਾਵੈ। ਤੇ ਮਹਾਰਾਜ ਕੇਰਾਂ ਜੇ ਤਾਂ ਲਿਵ ਕਈ ਵਾਰੀ ਲੱਗ ਵੀ ਜਾਂਦੀ, ਬੜਾ ਮਨ ਕਰਦਾ ਬਾਣੀ ਪੜ੍ਹਨ ਨੂੰ, ਪਰ ਜਦੋਂ ਆ ਕੋਈ ਪਦਾਰਥ ਜੇ ਦਿਸਦੇ ਆ, ਕੋਈ ਸੋਹਣਾ ਮਹੱਲ ਦਿਸ ਗਿਆ, ਸੋਨਾ ਚਾਂਦੀ, ਆ ਮਾਇਆ ਜੀ ਪ੍ਰਭਾਵ ਪਾਉਂਦੀ ਜਦ ਨੂੰ ਸਾਡੇ ਤੇ, ਤਬ ਹਮਰੋ ਮਨ ਤਹਿ ਚੱਲ ਜਾਵੈ। ਤੇ ਮਨ ਜਿਹੜਾ ਉਹੀ ਮਨ ਸਿਮਰਨ 'ਚ ਲੱਗਾ ਹੁੰਦਾ ਹੈ। ਜਦੋਂ ਮਹਾਰਾਜ ਸੰਸਾਰ 'ਚ ਵਿਚਰੀਦਾ, ਕਿਸੇ ਦੇ ਚੰਗਾ ਪਹਿਨਿਆਂ ਵੇਖ ਲਈਦਾ, ਕਿਸੇ ਦਾ ਚੰਗਾ ਕਾਰੋਬਾਰ ਵੇਖ ਲਈਦਾ, ਤੇ ਮਨ ਤੁਹਾਡਾ ਸਿਮਰਨ ਛੱਡ ਕੇ ਤੇ ਉਧਰ ਨੂੰ ਹੋ ਤੁਰਦਾ ਹੈ। ਵਾਸਨ ਛੈ ਅਰ ਮਨ ਕੋ ਨਾਸ਼। ਤੋ ਮਹਾਰਾਜ ਵਾਸਨਾ ਜਿਹੜੀਆਂ, ਐਸੀ ਸਾਡੀ ਹਾਲਤ ਹੈ। ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ ਨੂੰ ਇਹ ਜਿਹੜੇ ਵੈ ਪੁੱਛਦੇ ਹੈ, ਤੋ ਮਹਾਰਾਜ ਇੱਕ ਵਾਸਨਾ ਜਿਹੜੀ ਨਾਸ਼ ਕਰਨੀ, ਇੱਕ ਮਨ ਨੂੰ ਜਿਹੜਾ ਨਾਸ਼ ਕਰਨਾ, ਮਾਰਨਾ ਹੈ। ਤਤੁ ਗਿਆਨ ਦੀਨਹੁ ਨਿਰਜਾਸ। ਨਿਰਣੇ ਸਹਿਤ ਜਾਣੀਏ ਵੀ ਇੱਕ ਤਤ ਗਿਆਨ ਵਾਸ਼ਨਾ ਨੂੰ ਮਾਰਨਾ, ਤੇ ਤੀਜਾ ਮਨ ਨੂੰ ਮਾਰਨਾ ਜੋ। ਵਾਰ ਵਾਰ ਅਭਿਆਸਾ ਇਨ ਕੋ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਅਸੀਂ ਵਾਰ-ਵਾਰ ਮਹਾਰਾਜ ਅਭਿਆਸ ਕਰਦੇ ਹਾਂ। ਕਰਹ ਜਤਨ ਨਿਤ ਗਹੀਐ ਮਨ ਕੋ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਤੋ ਅਸੀਂ ਵਾਰ-ਵਾਰ ਪੁਨः ਮਹਾਰਾਜ ਇਸ ਤਰ੍ਹਾਂ ਕਰਦੇ ਹਾਂ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪੁਨः ਅਭਿਆਸ ਦੇ ਨਾਲ ਹੀ ਭਾਈ ਇੱਕ ਦਿਨ ਸਮਾਂ ਆਉਂਦਾ, ਗਹੀ ਹੈ ਮਨ ਕੋ, ਮਨ ਨੂੰ ਪਕੜਿਆ ਜਾਂਦਾ ਹੈ। ਸੁਨ ਬਿਨਤੀ ਸਤਿਗੁਰ ਸੋ ਠਾਨੀ। ਇਹਨਾਂ ਜਿਹੜੀ ਬੇਨਤੀ ਪਾਤਸ਼ਾਹ ਜੀ ਨੂੰ ਕੀਤੀ ਹੈ, ਹਜ਼ੂਰ ਨੇ ਸੁਣਨਾ ਕੀਤੀ ਜਦ। ਦੇਹੁ ਉਪਦੇਸ਼ ਕਹਾ ਮੁਖ ਬਾਨੀ। ਮਹਾਰਾਜ ਸਾਨੂੰ ਉਪਦੇਸ਼ ਦਿਓ, ਕੋਈ ਸਾਡਾ ਵੀ ਕਲਿਆਣ ਹੋ ਜਾਵੇ। ਵੀ ਕੇਰਾਂ ਤਾਂ ਬੜੀ ਬਾਣੀ ਪੜ੍ਹ ਲਈਦੀ ਹੈ, ਕਈ ਦਿਨ ਕਈ ਵਾਰ ਤਾਂ, ਤੇ ਕਈ ਵਾਰ ਮਹਾਰਾਜ ਅਸਲੋਂ ਹੀ ਵਾਹਿਗੁਰੂ ਵੀ ਨਹੀਂ ਆਖਿਆ ਜਾਂਦਾ। ਮਨ ਭੱਜ ਕੇ ਕੁਸੰਗਤ ਨੂੰ ਜਾਂਦਾ ਹੈ, ਵਿਸ਼ੇ ਭੋਗਦਾ ਹੈ। ਤੋ ਇਹਦਾ ਮਹਾਰਾਜ ਕੀ ਕਾਰਨ ਹੈ? ਸਾਨੂੰ ਵੀ ਉਪਦੇਸ਼ ਬਖਸ਼ੋ, ਮੁਖੋਂ ਗੁਰਬਾਣੀ ਮੁਖ ਵਾਕ ਬਖਸ਼ਿਸ਼ ਕਰੋ ਜੀ। ਜਿਸ ਤੇ ਮਨ ਕੋ ਹਮ ਠਹਿਰਾਵੈ। ਜਿਹਦੇ ਨਾਲ ਅਸੀਂ ਆਪਦੇ ਮਨ ਨੂੰ ਰੋਕ ਸਕੀਏ, ਪਾਤਸ਼ਾਹ ਕਰੋ ਕਿਰਪਾ ਜੀ। ਆਤਮ ਗਿਆਨ ਮੁਕਤ ਦਾ ਪਾਵੈ। ਮੁਕਤੀ ਦੇ ਦੇਣ ਵਾਲਾ ਜਿਹੜਾ ਆਤਮ ਗਿਆਨ ਹੈ, ਤੁਹਾਡੇ ਮੁਖੋਂ ਅਸੀਂ ਪ੍ਰਾਪਤ ਕਰ ਲਵਾਂਗੇ। ਸ਼੍ਰੀ ਅਰਜਨ ਤਬ ਜਤਨ ਬਖਾਨਾ। ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਫਿਰ ਇਹਨਾਂ ਨੂੰ ਦੱਸਿਆ
ਵੀ ਮਨ ਨੂੰ ਕਾਬੂ ਕਰਨ ਦਾ ਜੋ ਯਤਨ ਆਖਿਆ ਹੈ। ਮਨ ਕੋ ਹੈ ਤੁਰੰਗ ਇਹ ਪ੍ਰਾਨਾ। ਮਹਾਰਾਜ ਕਹਿੰਦੇ ਭਾਈ ਮਨ ਦਾ ਕੀ ਹੈ, ਮਨ ਤਾਂ ਘੋੜੇ ਜਾਂ ਕਹਿ ਲਓ ਮਨ ਦੀ ਇਹੋ ਜਿਹੀ ਹਾਲਤ ਹੈ ਜਿਵੇਂ ਕੋਈ ਘੋੜੇ ਤੇ ਚੜ੍ਹ ਕੇ ਇੱਧਰ ਉੱਧਰ ਦੌੜਦਾ ਫਿਰਦਾ ਨਾ, ਕਿਉਂਕਿ ਘੋੜਾ ਖੁਦ ਚੰਚਲ ਹੈ, ਜਿਹੜਾ ਉਹਦੇ ਉੱਪਰ ਬੈਠੇਗਾ ਉਹ ਕਿੱਥੇ ਟਿਕੇਗਾ। ਮਨ ਜਿਹੜਾ ਪ੍ਰਾਣਾਂ ਦੇ ਆਸਰੇ ਬੜਾ ਦੌੜਦਾ ਰਹਿੰਦਾ ਹੈ। ਇਨ ਤੇ ਚਪਲ ਹੋਤ ਨਹਿ ਥਿਰੈ। ਤੇ ਇਹ ਮਨ ਪ੍ਰਾਣਾ ਕਰਕੇ ਚਪਲ ਹੁੰਦਾ, ਚੰਚਲ ਹੁੰਦਾ, ਇਹ ਟਿਕਦਾ ਨਹੀਂ ਇੱਕ ਥਾਂ ਕਰਕੇ। ਪ੍ਰਾਨ ਪ੍ਰਥਮ ਤਉ ਅੰਤਰ ਬਰੈ। ਉਹ ਪ੍ਰਾਣ ਜਿਹੜੇ ਆ ਮਹਾਰਾਜ ਕਹਿੰਦੇ ਪਹਿਲਾਂ ਤਾਂ ਅੰਦਰ ਨੂੰ ਖਿੱਚਦੇ, ਜਿਹੜੇ ਸਵਾਸ ਹੈ, ਇੱਕ ਵਾਰੀ ਸਵਾਸ ਅਸੀਂ ਪਿਛਾਂ ਨੂੰ ਅੰਦਰ ਨੂੰ ਜਦੋਂ ਖਿੱਚਦੇ ਹਾਂ, ਬਾਹਰ ਉਥਤ ਉਪਰ ਕੋ ਆਵੈ। ਤੇ ਫਿਰ ਉਹੀ ਸਵਾਸ ਇੱਕ ਵਾਰੀ ਅੰਦਰ ਖਿੱਚਦੇ ਆ, ਜਦੋਂ ਅਸੀਂ ਸਵਾਸ ਉੱਪਰ ਨੂੰ ਲਿਆਉਣੇ ਆ ਭਾਵ ਬਾਹਰ ਕੱਢਦੇ ਹਾਂ। ਉਠਤ ਸਮੇਂ ਮਨ ਕੋ ਚਪਲਾਵੈ। ਇਹ ਸਾਧ ਸੰਗਤ ਜੀ ਕੋ ਜਿਹੜਾ ਵਿਦਾਂਤ ਦਾ ਇਹ ਸਿਧਾਂਤ ਹੈ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਜਦੋਂ ਸਵਾਸ ਅੰਦਰ ਖਿੱਚ ਕੇ ਜਦੋਂ ਬਾਹਰ ਸਵਾਸ ਕੱਢਦੇ ਆ ਨਾ, ਇਹ ਪ੍ਰਾਣ ਇਸ ਸਮੇਂ ਮਨ ਨੂੰ ਚੰਚਲ ਕਰਦੇ ਆ। ਪ੍ਰਾਣ ਬਾਹਰ ਕੱਢਣ ਸਮੇਂ ਮਨ ਜਿਹੜਾ ਚੰਚਲ ਹੁੰਦਾ ਹੈ। ਤਾਂ ਤੇ ਤ੍ਰਿਕੁਟੀ ਪ੍ਰਾਣ ਟਿਕਾਵੋ। ਫਿਰ ਕਰਨਾ ਕੀ ਚਾਹੀਏ, ਜਿਹੜੇ ਪ੍ਰਾਣ ਹੈ ਉਹਨਾਂ ਨੂੰ ਤ੍ਰਿਕੁਟੀ ਭਾਵ ਦਸਮ ਦੁਆਰ ਵਿੱਚ ਟਿਕਾਉਣੇ ਚਾਹੀਦੇ ਆ। ਮਨ ਕੋ ਨਾ ਸੁਰੀਤ ਇਸ ਪਾਵੋ। ਤੇ ਜਦੋਂ ਤ੍ਰਿਕੁਟੀ ਦਸਮ ਦੁਆਰ ਵਿੱਚ ਪ੍ਰਾਣ ਸੁਰਤੀ ਬਿਰਤੀ ਟਿਕਾ ਲਈ ਦੀ, ਚੜਾ ਲਈ ਦੇ ਪ੍ਰਾਣ, ਫਿਰ ਇਸ ਤਰ੍ਹਾਂ ਮਨ ਇੱਕ ਨਾ ਇੱਕ ਦਿਨ ਨਾਸ਼ ਹੋ ਜਾਂਦਾ ਹੈ। ਸਕਲ ਜਗਤ ਕੋ ਮਿਥਿਆ ਮਾਨੋ। ਸਾਰੇ ਸੰਸਾਰ ਨੂੰ ਝੂਠਾ ਕਰਕੇ ਜਾਣਨਾ ਹੈ। ਮ੍ਰਿਗ ਤ੍ਰਿਸ਼ਨਾ ਮਾਨਿੰਦ ਪਛਾਨੋ। ਕਿਵੇਂ ਜਾਣਨਾ ਸੰਸਾਰ ਨੂੰ, ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਜਲ ਹੁੰਦਾ। ਜਦੋਂ ਸਾਧ ਸੰਗਤ ਦੀ ਅੱਗੇ ਹੁਣ ਜੇਠ ਹਾੜ ਚੱਲਣਾ ਹੈ ਨਾ, ਤੇ ਕਣਕਾਂ ਵੱਢੀਆਂ ਜਾਣੀਆਂ ਖੇਤਾਂ ਦੇ ਵਿੱਚ, ਜਦੋਂ ਵੇਲ ਹੋ ਜਾਂਦੀ ਆ ਨਾ, ਤੇ ਦੂਰੋਂ ਵੇਖੀਦਾ ਨਾ ਜਿਵੇਂ ਪਾਣੀ ਵਹਿੰਦਾ ਹੁੰਦਾ, ਝਲਾਰੇ ਪੈਂਦੇ ਆ ਦੂਰ ਦੂਰ ਤੱਕ, ਚਾਰ ਚਫੇਰੇ। ਇਹਨੂੰ ਮ੍ਰਿਗ ਤ੍ਰਿਸ਼ਨਾ ਦਾ ਜਲ ਕਹਿੰਦੇ ਆ। ਐਂ ਲੱਗਦਾ ਪਾਣੀ ਆ, ਜਿੰਨਾ ਗਾਂਹ ਤੁਰੇ ਜਾਓ ਨਾ ਉਹ ਗਾਂਹ ਤੁਰਿਆ ਜਾਂਦਾ, ਹੁੰਦਾ ਕੱਖ ਵੀ ਨਹੀਂ। ਤੋ ਪਾਤਸ਼ਾਹ ਕਹਿੰਦੇ ਸੰਸਾਰ ਨੂੰ ਇਉਂ ਜਾਣਨਾ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਜਲ ਹੁੰਦਾ ਹੈ। ਅਖਲ ਪਦਾਰਥ ਝੂਠੇ ਜਾਣੇ। ਸਾਰੇ ਪਦਾਰਥ ਜੋ ਦਿਸਦੇ ਐ ਉਹ ਸਾਰੇ ਹੀ ਝੂਠੇ ਜਾਣਨੇ ਕਰੋ ਜੀ। ਤਬੇ ਹੂੰ ਹੋਤ ਵਾਸਨਾ ਹਾਨੇ। ਫੇਰ ਜਾ ਕੇ ਕਿਤੇ ਵਾਸ਼ਨਾ ਨਾਸ਼ ਹੁੰਦੀ ਹੈ। ਨਿਤ ਪ੍ਰਤ ਨਿਰਨੈ ਬ੍ਰਹਮ ਕਰੀਜੈ। ਰੋਜ਼ ਬਰ ਰੋਜ਼ ਨਿਰਣਾ ਕਰਨਾ, ਮਨ ਵਿੱਚ ਵਿਚਾਰ ਕਰਨੀ ਹੈ, ਬ੍ਰਹਮ ਨੂੰ ਠਹਿਰਾਉਣਾ ਹੈ। ਤਨ ਇੰਦਰੈ ਤੇ ਪੁਰੇ ਲਖੀਜੈ। ਸਤ ਅਸਤ ਦੀ ਵਿਚਾਰ ਕਰਕੇ ਅਸਤ ਨੂੰ ਤਿਆਗ ਕੇ ਸਤ ਬ੍ਰਹਮ ਨੂੰ ਜਿਹੜਾ ਉਹ ਨਿਰਣੇ ਕਰਨਾ ਮਨ ਵਿੱਚ। ਤੇ ਜਿਹੜਾ ਸਰੀਰ ਇੰਦਰੇ ਹੈ ਇਹਨਾਂ ਤੋਂ ਪਰਾਂ ਜਾਣਨਾ ਹੈ ਵੀ ਜਿਹੜਾ ਮਨ ਹੈ ਨਾ, ਵਾਹਿਗੁਰੂ ਜਿਹੜਾ ਬ੍ਰਹਮ ਹੈ ਨਾ ਪਰਮੇਸ਼ਰ, ਇਹਦਾ ਇਉਂ ਨਿਸ਼ਚਾ ਕਰਨਾ ਵੀ ਨਾ ਤਾਂ ਸਰੀਰ ਬ੍ਰਹਮ ਹੈ ਤੇ ਇੰਦਰੀਆਂ ਗੋਚਰਾ ਵੀ ਨਹੀਂ ਹੈ। ਅੱਖ ਵੇਖ ਨਹੀਂ ਸਕਦੀ, ਕੰਨ ਸੁਣ ਨਹੀਂ ਸਕਦੇ, ਇਹੋ ਜਿਹਾ ਪ੍ਰਭੂ ਪਰਮੇਸ਼ਰ ਹੈ। ਬੁੱਧ ਕਰ ਉਚਿਤ ਜਾਣਬੇ ਹੈ। ਬਸ ਬੁੱਧ ਕਰਕੇ ਪਰਮੇਸ਼ਰ ਜਾਣਨੇ ਯੋਗ ਬੜਾ ਉਚਿਤ ਹੈ। ਤੋ ਇਸ ਤਰ੍ਹਾਂ ਇਹ ਵੀ ਸਾਧ ਸੰਗਤ ਜੀ ਅੱਗੇ ਜਾ ਕੇ ਜਿਹੜਾ ਵੈ ਇੱਕ ਸਕਤਾ ਬਿਰਤੀ ਹੈ, ਇੱਕ ਲਕਸ਼ਣਾ ਬਿਰਤੀ ਹੈ, ਇਹ ਇਸ ਤਰ੍ਹਾਂ ਇੱਕ ਵਿਅੰਜਨਾ ਬਿਰਤੀ ਹੈ। ਤੋ ਇਹ ਲਕਸ਼ਣਾ ਬਿਰਤੀ ਕਰਕੇ ਬੁੱਧ ਕਰਕੇ ਪਰਮੇਸ਼ਰ ਜਾਣਨੇ ਯੋਗ ਜਾਣ ਪਾਈਦਾ ਹੈ। ਇੰਦਰੈ ਥੂਲ ਨ ਤਿਸ ਕੋ ਲਹੈ। ਇੰਦਰੇ ਸਥੂਲ ਹੈ, ਅੱਖਾਂ ਹੱਡ ਚਮ ਮਾਸ ਦੀਆਂ, ਇਹ ਸਰੀਰ ਕੰਨ ਇਹ ਪਰਮੇਸ਼ਰ ਨੂੰ ਨਹੀਂ ਵੇਖ ਸਕਦਾ, ਕਿਉਂਕਿ ਬ੍ਰਹਮ ਬਹੁਤ ਸੂਖਸ਼ਮ ਹੈ। ਇੰਦਰੇ ਅਸਥੂਲ ਹੈ, ਜਿਸ ਕਰਕੇ ਸੂਖਸ਼ਮ ਨੂੰ ਅਸਥੂਲ ਨਹੀਂ ਵੇਖ ਪਾਉਂਦਾ। ਸਤਿਗੁਰ ਸ਼ਬਦ ਸਾਰ ਵੇਦਾਂਤ। ਹਾਂ, ਸਤਿਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਇਹ ਸਾਰ ਹੈ, ਭਾਵ ਸ਼੍ਰੇਸ਼ਟ ਵਿਦਾਂਤ ਹੈਗਾ ਹੈ। ਕਰਹੁ ਵਿਚਾਰਨ ਹੋਏ ਸਖਿਆਤ। ਤੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੂੰ ਵਿਚਾਰੋ, ਪੁਨ੍ਹਾ ਪੁਨ੍ਹਾ ਅਭਿਆਸ ਕਰੋ, ਜਿਸ ਦੇ ਨਾਲ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਇਹਦਾ ਫਲ ਇਹ ਹੋਵੇਗਾ ਕਿ ਪਰਮੇਸ਼ਰ
ਆਹਿਸਤਾ ਆਹਿਸਤਾ ਹਿਰਦੇ ਵਿੱਚ ਸਖਿਆਤ ਪ੍ਰਗਟ ਪ੍ਰਤੱਖ ਹੋ ਜਾਵੇਗਾ। ਛੈ ਹੋਏ ਵਾਸ਼ਨ ਮਨ ਹੈ ਬਿਨਾਸ਼, ਤੇ ਵਾਸ਼ਨਾ ਜਿਹੜੀਆਂ ਛੈ ਹੋ ਜਾਣਗੀਆਂ, ਮਨ ਵੀ ਨਾਸ਼ ਹੋ ਜਾਵੇਗਾ, ਵਿਸ਼ੇ ਵਾਸ਼ਨਾ ਨਾਸ਼ ਹੋ ਜਾਵੇਗੀ। ਤੀਰਥ ਆਤਮ ਗਿਆਨ ਪ੍ਰਕਾਸ਼, ਤੇ ਆਪਾ ਹੀ ਤੀਰਥ ਬਣ ਜਾਣਾ ਹੈ, ਆਤਮ ਗਿਆਨ ਪ੍ਰਗਾਸ਼ ਪ੍ਰਗਟ ਹੋ ਜਾਵੇਗਾ। ਇਹ ਸਹਾਇਕ ਆਪ ਸਮਾਹੀ, ਕਿਉਂਕਿ ਜਿਹੜਾ ਹੈ ਇਹ ਆਪਸ ਵਿੱਚ ਸਹਾਇਤਾ ਕਰਨ ਵਾਲੇ, ਆਤਮ ਗਿਆਨ ਜਿਹੜਾ ਮਨ ਦਾ ਨਾਸ਼ ਹੋਣਾ ਤੇ ਵਾਸ਼ਨਾ ਦਾ ਨਾਸ਼ ਹੋਣਾ, ਇਹ ਸਭ ਇੱਕ ਦੂਜੇ ਦੀ ਸਹਾਇਤਾ ਕਰਨ ਵਾਲੇ ਹਨ। ਜੀਵਨ ਮੁਕਤ ਜੋ ਤਾਰੈ ਪਾਹੀ, ਆਂਦੇ ਉਹ ਜੀਵਨ ਮੁਕਤ ਹੈ ਜਿਹੜਾ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਇਹ ਤਿੰਨ ਜਿਹੜੀਆਂ ਚੀਜ਼ਾਂ ਧਾਰ ਲਵੇ, ਇੱਕ ਵਾਸ਼ਨਾ ਨਾਸ਼ ਕਰ ਲਵੇ, ਮਨ ਨੂੰ ਮਾਰ ਲਵੇ ਤੇ ਤਤ ਗਿਆਨ ਪ੍ਰਾਪਤ ਕਰ ਲਵੇ। ਇਹ ਤਿੰਨੇ ਜਿਹੜੇ ਤਤ ਗਿਆਨ, ਮਨ ਮਾਰਨਾ ਤੇ ਵਾਸ਼ਨਾ ਨਾਸ਼ ਕਰ ਲੈਣੀਆਂ, ਇੱਕ ਦੂਜੇ ਦੀ ਸਹਾਇਤਾ ਕਰਨ ਵਾਲੇ, ਭਾਵ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜਥਾ ਸ਼ਾਹੋ ਕੇ ਸੂਬੇ ਤੀਨ, ਪਾਤਸ਼ਾਹ ਇੱਕ ਛੋਟਾ ਜਿਹਾ ਪ੍ਰਮਾਣ ਦਿੰਦੇ ਆ, ਕਹਿੰਦੇ ਭਾਈ ਜਿਵੇਂ ਕਿਸੇ ਬਾਦਸ਼ਾਹ ਮਹਾਨ ਕੋਈ ਹੋਵੇ, ਬਾਦਸ਼ਾਹ ਵੱਡਾ ਭਾਰੀ, ਉਹਦੇ ਤਿੰਨ ਬੜੇ ਭਾਰੀ ਸੂਬੇ ਹੋਣ, ਭਾਵ ਵੀ ਫੌਜਾਂ ਦੇ ਮਾਲਕ ਤਿੰਨ ਵੱਡੇ ਜਰਨੈਲ ਹੋਵਣ, ਤੀਨਾ ਥਲ ਕੋ ਪਠਵਨ ਕੀਨ, ਤੇ ਬਾਦਸ਼ਾਹ ਉਹਨਾਂ ਨੂੰ ਤਿੰਨਾਂ ਥਾਵਾਂ ਤੇ ਘਲਾਵੇ, ਵੱਖੋ ਵੱਖਰੇ ਤਿੰਨ ਕਿਲੇ ਉਹਨਾਂ ਨੂੰ ਜਿੱਤਣ ਵਾਸਤੇ ਭੇਜ ਦਿੰਦਾ ਹੈ। ਤਬ ਤਿਨ ਕੋ ਸਿੱਖਿਆ ਸਿਖਰਾਈ, ਤੇ ਸਿਆਣੇ ਬਾਦਸ਼ਾਹ ਨੇ ਉਹਨਾਂ ਤਿੰਨਾਂ ਹੀ ਜਰਨੈਲਾਂ ਨੂੰ, ਜਿਨ੍ਹਾਂ ਨੇ ਤਿੰਨ ਕਿਲੇ ਫਤਿਹ ਕਰਨੇ ਤਿੰਨਾਂ ਨੇ, ਉਹਨਾਂ ਤਿੰਨਾਂ ਨੂੰ ਸਿਆਣੇ ਬਾਦਸ਼ਾਹ ਨੇ ਇੱਕ ਗੱਲ ਸਿਖਾਈ ਹੈ, ਸਿੱਖਿਆ ਦਿੱਤੀ ਹੈ। ਤੀਨਾ ਮਿਲਾ ਪਰਸਪਰ ਜਾਈ, ਆਖਿਆ ਵੀ ਦੁਸ਼ਮਣ ਬੜਾ ਤੁਹਾਡਾ ਬਲੀ ਹੈ ਤੇ ਤੁਸੀਂ ਤਿੰਨ ਕਿਲੇ ਫਤਿਹ ਕਰਨੇ ਆ ਤਿੰਨਾਂ ਨੇ, ਪਰ ਕੱਲੇ ਕੱਲੇ ਨਾ ਜਾਇਆ ਜੇ, ਤਿੰਨੇ ਆਪਸ ਵਿੱਚ ਮਿਲ ਕਰਕੇ ਜਾਣਾ ਹੈ। ਦੁਸ਼ਮਨ ਬਲੀ ਅਹ ਸਮੁਦਾਈ, ਕਿਉਂਕਿ ਤੁਹਾਡੇ ਸਾਰੇ ਦੁਸ਼ਮਣ ਬਹੁਤ ਬਲ ਵਾਲੇ ਹਨ, ਤੁਸੀਂ ਕੱਲੇ ਕੱਲੇ ਉਹਨਾਂ ਤੋਂ ਜਿੱਤ ਨਹੀਂ ਸਕੋਗੇ। ਪ੍ਰਥਮ ਸਿਰੰਦ ਕਰਹੁਤ ਕਰਾਈ, ਪਹਿਲਾਂ ਸਰਹੰਦ ਜਿਹੜਾ ਕਿਲਾ ਹੈ ਸਰਹੰਦ ਦਾ, ਉਥੇ ਤਕੜਾਈ ਕਰਕੇ ਜਿੱਤ ਲੈਣਾ ਕਰੋ। ਪੁਨ ਤੀਨਾ ਲਵਪੁਰ ਕੋ ਸਾਧ, ਤੇ ਫਿਰ ਤਿੰਨੇ ਹੀ ਇਕੱਠੇ ਲਾਹੌਰ ਦੇ ਕਿਲੇ ਨੂੰ ਪੈ ਜਾਇਆ ਜੇ, ਸਾਧਣ ਵਾਸਤੇ ਸੋਧਣ ਵਾਸਤੇ। ਤਸ ਕਰ ਦੁਸ਼ਟ ਲਿਹੋ ਸਭ ਬਾਂਧ, ਜਿੰਨੇ ਚੋਰ ਤੇ ਦੁਸ਼ਟ ਹੋਣਗੇ ਕਿਲੇ 'ਚ ਛੁਪੇ, ਉਹ ਸਾਰੇ ਹੀ ਬੰਨ ਲੈਣੇ। ਵੀ ਇਕੱਠਿਆਂ ਨੇ ਪਹਿਲਾਂ ਸਰਹੰਦ ਤੇ ਹਮਲਾ ਕਰਨਾ, ਫਿਰ ਇਕੱਠਿਆਂ ਨੇ ਸਰਹੰਦ ਜਿੱਤ ਕੇ ਲਾਹੌਰ ਤੇ ਜਾ ਪੈਣਾ ਹੈ। ਪੁਨ ਤੀਨਾ ਕਸ਼ਮੀਰ ਸਿਧਾਵੋ, ਤੇ ਫਿਰ ਤੁਸੀਂ ਤਿੰਨੇ ਜਾਣੇ ਜਿੱਤ ਕੇ 2 ਕਿਲੇ ਤੇ ਕਸ਼ਮੀਰ ਨੂੰ ਪੈ ਜਾਣਾ ਹੈ। ਤਿਸ ਕੋ ਸਾਧੋ ਆਪਨ ਬਨਾਵੋ, ਕਸ਼ਮੀਰ ਦਾ ਕਿਲਾ ਵੀ ਜਿੱਤ ਕੇ ਆਪਦਾ ਬਣਾ ਲੈਣਾ ਹੈ। ਪੁਨ ਤੀਨਾ ਗਮਨ ਹੋਏ ਜੁਦੇ, ਤੇ ਜਦੋਂ ਤਿੰਨੇ ਕਿਲੇ ਜਿੱਤ ਲਏ, ਫਿਰ ਤਿੰਨੇ ਵੱਖੋ ਵੱਖਰੇ, ਫਿਰ ਭਾਵੇਂ ਵੱਖੋ ਵੱਖਰੇ ਹੋ ਜਿਆ ਜੇ, ਉਸ ਤੋਂ ਬਾਅਦ ਤਿੰਨੇ ਆਪੋ ਆਪਣੇ ਕਿਲਿਆਂ ਨੂੰ ਹੋ ਤੁਰਨਾ ਹੈ। ਤ੍ਰੈਪੁਰ ਕਰਹਿ ਰਾਜ ਸੁਭਤ ਦੇ, ਤੇ ਤੁਸੀਂ ਸੁਖ ਮਾਣਿਆ ਜੇ, ਇੱਕ ਲਾਹੌਰ ਦਾ ਰਾਜ ਲੈ ਲਿਆ ਜੇ, ਇੱਕ ਜਣਾ ਕਸ਼ਮੀਰ ਦਾ ਤੇ ਇੱਕ ਜਣਾ ਸਰਹੰਦ ਦਾ ਰਾਜਾ ਬਣ ਬੈਠਿਆ ਜੇ। ਵੀ ਕਿਲੇ ਪਹਿਲਾਂ ਇਕੱਠੇ ਹੋ ਕੇ ਜਿੱਤ ਲਓ, ਫਿਰ ਇੱਕ ਇੱਕ ਕਿਲਾ ਵੰਡ ਲੈਣਾ ਕਰੋ। ਜੁਦੇ ਜੁਦੇ ਜੋ ਪ੍ਰਥਮ ਸਿਧਾਰੋ, ਹਾਂ, ਜਿਹੜੇ ਪਹਿਲਾਂ ਤੁਸੀਂ ਜੁਦੇ ਜੁਦੇ ਸੁਧਾਰੋਗੇ, ਭਾਵ ਜੇ ਤੁਸੀਂ ਆਖੋ ਵੀ ਅਸੀਂ ਕੱਲਾ ਕੱਲਾ ਹੀ ਇੱਕ ਇੱਕ ਕਿਲਾ ਜਿੱਤ ਲਵਾਂਗੇ, ਅੱਡੋ ਅੱਡ ਹਮਲਾ ਕਰੋਗੇ, ਹੋਏ ਨਾ ਵਿਜੈ ਕਾਜ ਉਰ ਤਾਰੋ, ਤੇ ਤੁਹਾਡੀ ਸ਼ਕਤੀ ਤਿੰਨਾਂ ਦੀ ਵੰਡੀ ਜਾਵੇਗੀ ਤੇ ਤੁਹਾਥੋਂ ਕਿਲਾ ਕੋਈ ਵੀ ਨਹੀਂ ਜਿੱਤਿਆ ਜਾਣਾ, ਸਾਰੇ ਫੌਜ ਵੀ ਮਰ ਜਾਵੇਗੀ, ਆਪ ਵੀ ਮਰ ਜਾਵੋਗੇ। ਤੀਨਾ ਮਿਲੇ ਕਰਹਿ ਸਭ ਕਾਰ, ਤੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਜਦੋਂ ਤਿੰਨ ਮਿਲ ਜਾਂਦੇ ਆ ਨਾ, ਉਦੋਂ ਤਿੰਨੇ ਇਹ ਮਿਲ ਕੇ ਤੇ ਸਾਰੇ ਕਾਜ ਹੋ ਜਾਂਦੇ। ਆਤਮ ਗਿਆਨ, ਇਸੇ ਤਰ੍ਹਾਂ ਵਾਸ਼ਨਾ ਨਾਸ਼, ਤੋਂ ਇੱਕ ਜਿਹੜਾ ਹੈ ਉਹ ਮਨ ਮਾਰਨਾ। ਵੀ ਇਹ ਕਿਲੇ ਹੈ, ਇੱਕ ਇੱਕ ਕਰਕੇ ਜਿੱਤੋਗੇ ਤੇ ਸੌਖੇ ਰਵਾਂਗੇ, ਤੇ ਜੇ ਆਖੀਏ ਇਕੱਠਾ ਹੀ ਵੀ ਮਨ ਵੀ ਮਾਰਿਆ ਜਾਵੇ, ਵਾਸ਼ਨਾ ਵੀ ਨਾਸ਼ ਹੋ ਜਾਵੇ, ਤੇ ਇੱਕੋ ਵਾਰੀ ਆਤਮ ਗਿਆਨ ਅਸੀਂ ਬ੍ਰਹਮ ਗਿਆਨੀ ਵੀ ਬਣ ਜਾਈਏ, ਮਹਾਰਾਜ ਕਹਿੰਦੇ ਇਹਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਹੋਵੇਗੀ। ਤਿੰਨਾਂ ਇਹ ਇੱਕ ਇੱਕ ਕਰਕੇ ਜਿਹੜਾ ਇਹ ਤਿੰਨੇ ਮੋਰਚੇ ਜਿੱਤੇ ਜਾ ਸਕਦੇ ਹਨ। ਲੱਖ ਇਹੋ ਤੀਨਾ ਤਿਸੀ ਪ੍ਰਕਾਰ, ਵੀ ਜਿਵੇਂ ਉਹ ਤਿੰਨ ਕਿਲੇ ਐ, ਇਸੇ ਤਰ੍ਹਾਂ ਇਹ ਵੀ ਵੱਡੇ ਕਿਲੇ, ਮਨ, ਇੱਕ ਵਾਸ਼ਨਾ ਤੇ ਇੱਕ ਆਤਮ ਗਿਆਨ ਦੀ ਪ੍ਰਾਪਤੀ, ਇਹ ਵੱਡੇ ਕਿਲੇ ਜਾਣਨਾ ਕਰੋ ਜੀ। ਨਿਰੇਪ ਅਗਿਆਨ ਜੋ ਚਮੂ ਵਿਕਾਰ, ਜਿਹੜਾ ਕੋ ਰਾਜਾ ਹੈ ਨਾ, ਅਗਿਆਨ ਰੂਪ ਰਾਜਾ ਹੈ,
ਤੇ ਵਿਸ਼ੇ ਵਿਕਾਰਾਂ ਰੂਪੀ ਉਹਦੀ ਬੜੀ ਭਾਰੀ ਫੌਜ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਰਨੈਲ ਹਨ, ਅਗਿਆਨ ਰਾਜਾ ਹੈ। ਸਭ ਥਲ ਲੀਨ ਗੁਣਨ ਵਿਦਾਰ, ਤੇ ਸਾਰੇ ਥਾਂ ਇਹਨਾਂ ਮੱਲੇ ਹੋਏ ਆ। ਗੁਣ ਕਿਸੇ ਜੀਵ ਦੇ ਮਨ ਵਿੱਚ ਰਿਹਾ ਨਹੀਂ। ਇਹਨਾਂ ਵਿਸ਼ੇ ਵਿਕਾਰਾਂ ਨੇ ਸਾਰੇ ਜਿਹੜੇ ਵਾ ਗੁਣ ਨਾਸ਼ ਕਰ ਦਿੱਤੇ ਹੈ। ਕਾਮ ਨੇ ਜੀਵਾਂ ਦੀ ਵਿਚਾਰ ਮਾਰ ਦਿੱਤੀ ਹੈ ਜੀਵਾਂ ਦੇ ਅੰਦਰੋਂ। ਤੇ ਜਿਹੜਾ ਕੋਈ ਕ੍ਰੋਧ ਹੈ, ਇਸ ਕ੍ਰੋਧ ਨੇ ਖਿਮਾ ਮਾਰ ਦਿੱਤੀ ਹੈ। ਜਿਹੜਾ ਲਾਲਚ ਹੈ, ਉਹਨੇ ਸੰਤੋਖ ਨੂੰ ਮਾਰ ਦਿੱਤਾ ਹੈ। ਜਿਹੜਾ ਇਸੇ ਤਰ੍ਹਾਂ ਸਾਧ ਸੰਗਤ ਦੀ ਹੰਕਾਰ ਹੈ, ਮਹਾਰਾਜ ਕਹਿੰਦੇ ਹੰਕਾਰ ਨੇ ਜੀਵਾਂ ਦੇ ਅੰਦਰੋਂ ਨਿਮਰਤਾ ਮਾਰ ਛੱਡੀ ਹੈ। ਇਸ ਤਰ੍ਹਾਂ ਇੱਕ ਇੱਕ ਨੇ ਇੱਕ ਇੱਕ ਨੂੰ ਮਾਰਿਆ ਹੋਇਆ। ਔਗਣਾਂ ਨੇ ਜੀਵਾਂ ਦੇ ਅੰਦਰੋਂ ਗੁਣ ਮਾਰ ਦਿੱਤੇ ਹਨ। ਖੈ ਬਾਸਨ ਅਰ ਮਨ ਕੋ ਨਾਸ਼, ਤੇ ਇਸ ਕਰਕੇ ਵੀ ਕੀ ਕਰਨਾ ਹੈ, ਵੀ ਇਕੱਠਿਆਂ ਨੂੰ ਜਿਹੜਾ ਵਾ ਜਿੱਤਣਾ ਔਖਾ ਹੈ। ਇੱਕ ਇੱਕ ਕਰਕੇ ਕਦੇ ਕਾਮ ਨੂੰ ਜਿੱਤ ਲਿਆ ਜਾਵੇ, ਫਿਰ ਹੌਲੀ ਹੌਲੀ ਕ੍ਰੋਧ ਨੂੰ ਕਾਬੂ ਪਾਓ, ਫਿਰ ਲੋਭ ਨੂੰ, ਫਿਰ ਮੋਹ ਨੂੰ, ਫਿਰ ਹੰਕਾਰ ਨੂੰ, ਈਰਖਾ ਨੂੰ। ਇੱਕ ਇੱਕ ਕਰਕੇ ਇਹਨਾਂ ਨੂੰ ਜਿੱਤੋ। ਪਾਤਸ਼ਾਹ ਕਹਿੰਦੇ ਮਨ ਹੌਲੀ ਹੌਲੀ ਆਪੇ ਹੀ ਨਾਸ਼ ਹੋ ਜਾਣਾ, ਵਿਸ਼ੇ ਵਾਸ਼ਨਾ ਵੀ ਮਰ ਜਾਵੇਗੀ। ਤਤਵ ਗਿਆਨ ਇਨ ਕਰ ਅਭਿਆਸ, ਤੇ ਫਿਰ ਅਭਿਆਸ ਕਰੋਗੇ ਨਾ ਜਦੋਂ ਸਤਿਗੁਰਾਂ ਦੀ ਗੁਰਬਾਣੀ ਬਾਣੀ ਦਾ, ਉਸ ਦੇ ਨਾਲ ਫਿਰ ਤਤ ਗਿਆਨ ਪੈਦਾ ਹੋ ਜਾਊਗਾ। ਵੀ ਇੱਕੋ ਵਾਰੀ ਨਾ ਤਾਂ ਵਾਸ਼ਨਾ ਨਾਸ਼ ਹੋਣ ਲੱਗੀ ਆ, ਨਾ ਹੀ ਮਨ ਕਾਬੂ 'ਚ ਆਉਣ ਲੱਗਾ, ਤੇ ਨਾਲ ਦੀ ਨਾਲ ਬ੍ਰਹਮ ਗਿਆਨੀ ਵੀ ਕੋਈ ਨਹੀਂ ਬਣਨ ਵਾਲੇ। ਪਾਤਸ਼ਾਹ ਕਹਿੰਦੇ ਭਾਈ ਇੱਕ ਇੱਕ ਕਰਕੇ। ਤੋ ਜਿਵੇਂ ਸਾਧ ਸੰਗਤ ਜੀ, ਜਿਵੇਂ ਔਗਣ ਕਿੰਨੇ ਕੁ ਹੁੰਦੇ ਆ, 10 15 20 ਹੋਣਗੇ, ਇੰਨੇ ਕੀ ਹੁੰਦੇ ਆ। ਤੇ ਜੇ ਅਸੀਂ ਸਾਲ ਦੇ ਵਿੱਚ ਇੱਕ ਔਗਣ ਵੀ ਛੱਡੀਏ ਨਾ, ਇੱਕ ਔਗਣ ਛੱਡ ਦਿਓ ਤੇ ਇੱਕ ਗੁਣ ਗ੍ਰਹਿਣ ਕਰ ਲਓ। ਤੇ ਇੱਕ 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 ਕਰਕੇ ਹੌਲੀ 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 ਹੌਲੀ, ਏਕ ਮਰੰਤੇ ਦੋਏ ਮੂਏ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛਹ ਮੂਏ, ਚਾਰ ਪੁਰਖ ਦੋਏ ਨਾਰ। ਇਹ ਸਾਰੇ ਹੀ ਖਾਲਸਾ ਜੀ ਮਰ ਜਾਂਦੇ ਆ। ਤੋ ਇੱਕ ਦੇ ਮਾਰਿਆ ਇਕੱਲਾ ਮਨ ਮਰ ਜਾਵੇ, ਤੋ ਜੇ ਨਹੀਂ ਮਨ ਵੱਜਦਾ ਪਹਿਲਾਂ ਮਾਰਿਆ ਜਾਂਦਾ। ਏਕ ਮਰੰਤੇ ਮੋਹ ਮਾਰ ਲਓ ਸਾਧ ਸੰਗਤ ਜੀ, ਦੋਏ ਮੂਏ। ਮੋਹ ਤੋਂ ਬਾਅਦ ਫਿਰ ਲਾਲਚ ਮਰ ਜਾਂਦਾ ਹੈ ਆਪੇ ਇੱਕ ਇੱਕ ਦੇ ਮਾਰਨ ਦੇ ਨਾਲ। ਤੋ ਜੇ ਲਾਲਚ ਮਰ ਜਾਂਦਾ ਹੈ, ਤੋ ਲਾਲਚ ਕਾਰਨ ਖਾਲਸਾ ਜੀ ਫਿਰ ਪਾਪ ਕਰਦੇ, ਸੋ ਪਾਪ ਵੀ ਨਾਲ ਹੀ ਮਰ ਜਾਵੇਗਾ, ਸੰਤੋਖ ਆਪੇ ਹੀ ਆ ਜਾਣਾ। ਏਕ ਮਰਨ ਤੇ ਦੋਏ ਮੂਏ, ਦੋਏ ਮਰੰਤ ਹੈ ਚਾਰ। ਜਦੋਂ ਲੋਭ ਤੇ ਇਸੇ ਤਰ੍ਹਾਂ ਪਾਪ ਮਰ ਜਾਂਦਾ ਹੈ, ਤੇ ਫਿਰ ਚਾਰ ਹੋਰ ਮਰ ਜਾਂਦੇ ਨਾਲ। ਕਿਉਂਕਿ ਲੋਭ ਜਦੋਂ ਮਰ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਫਿਰ ਝੂਠ ਮਰਨਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਦੀ ਹੰਕਾਰ, ਹੋਰ ਜਿਹੜੀਆਂ ਦੂਜੀਆਂ ਤੀਜੀਆਂ ਵਿਸ਼ੇ ਵਾਸ਼ਨਾ, ਈਰਖਾ ਮਰ ਜਾਂਦੀ ਹੈ। ਇੱਕ ਦੂਜੇ ਦੇ ਨਾਲ ਸਾਰੇ ਹੀ ਸੰਗਲ ਵਾਂਗੂ ਬੰਧੇ ਹੋਏ ਹੈ। ਸੰਗਲ ਦੀ ਇੱਕ ਕੁਰੀ ਨਿਕਲ ਜਾਵੇ, ਉਹ ਉਸੇ ਤਰ੍ਹਾਂ ਘੇਰਾ ਨਹੀਂ ਨਾ ਜਿਵੇਂ ਰਹਿੰਦਾ ਉਸਦਾ। ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਵੀ ਹੌਲੀ ਹੌਲੀ ਧੀਰੇ ਧੀਰੇ ਇੱਕ ਨੂੰ ਇੱਕ ਨੂੰ ਇੱਕ ਕਰਦਿਆਂ ਕਰਦਿਆਂ ਫਤਿਹ ਹੁੰਦੀ ਹੈ। ਇੱਕ ਸਾਲ ਵਿੱਚ ਗੁਣ ਗ੍ਰਹਿਣ ਕਰ ਲਓ ਤੇ ਇੱਕ ਔਗਣ ਛੱਡ ਦਿਓ, ਤੇ ਸਾਰੇ 10 12 15 ਸਾਲਾਂ ਵਿੱਚ ਸਾਧ ਸੰਗਤ ਜੀ ਐਨ ਸੱਚੇ ਪਾਤਸ਼ਾਹ ਦੀ ਦਇਆ ਦੇ ਨਾਲ ਸੁਰਤੀ ਬਿਰਤੀ ਇਕਾਗਰ ਹੋ ਜਾਂਦੀ ਹੈ। ਪਾਤਸ਼ਾਹ ਜੀ ਇਸ ਤਰ੍ਹਾਂ ਦਇਆ ਕੀਤੀ ਹੈ। ਸਾਸ ਸਾਸ ਸਿਮਰਹੁ ਸਤਨਾਮ, ਤੇ ਫਿਰ ਕੀ ਕਰਨਾ ਇਹਨਾਂ ਨੂੰ ਮਾਰਨ ਵਾਸਤੇ? ਸਵਾਸ ਸਵਾਸ ਵਾਹਿਗੁਰੂ 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 ਸਿਮਰਨ ਕਰਨਾ ਚਾਹੀਏ। ਸ਼ਬਦ ਵਿਚਾਰ ਲਹੋ ਬਿਸਰਾਮ, ਤੇ ਸ਼ਬਦ ਦੀ ਜਦੋਂ ਵਿਚਾਰ ਕਰੋਗੇ ਤੇ ਮਨ ਵਿਸ਼ਰਾਮ ਸਹਿਤ ਹੋ ਜਾਂਦਾ ਹੈ, ਟਿਕਾ ਪ੍ਰਾਪਤ ਹੋ ਜਾਂਦਾ ਹੈ। ਸੁਨ ਸਗਰੇ ਮਨ ਆਨੰਦ ਪਾਏ, ਸੁਣ ਕੇ ਖਾਲਸਾ ਜੀ ਇਹਨਾਂ ਸਾਰਿਆਂ ਸਿੱਖਾਂ ਨੇ ਮਨ ਵਿੱਚ ਬਹੁਤ ਆਨੰਦ ਪ੍ਰਾਪਤ ਕੀਤਾ। ਤਿਮ ਕੀਨ ਸੁਜਿਮ ਗੁਰੂ ਬਤਾਏ, ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਆਖਿਆ, ਮਹਾਰਾਜ ਦੇ ਆਖੇ ਲਾਗੂ ਉਸੇ ਤਰ੍ਹਾਂ ਹੀ ਕੀਤਾ। ਇੱਕ ਇੱਕ ਖਾਲਸਾ ਜੀ ਔਗਣ ਛੱਡਦੇ ਗਏ, ਵਿਸ਼ੇ ਵਕਾਰ ਤੇ ਗੁਣਾਂ ਨੂੰ ਪਕੜਦੇ ਗਏ। ਤੋ ਸਮਾਂ ਪੈਂਦਾ ਗਿਆ ਇੱਕ ਨਾ ਇੱਕ ਦਿਨ ਔਗਣ ਖਤਮ ਹੋ ਗਏ ਤੇ ਗੁਣ ਹੀ ਗੁਣ ਹੋ ਗਏ। ਤੋ ਗੁਣਾਂ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਮਨ ਨੂੰ ਸ਼ਾਂਤੀ ਬਖਸ਼ ਦਿੰਦੇ ਆ। ਫਿਰ ਭਰਮੇ ਭੂਲਾ ਜਿਹੜਾ ਕੋਈ ਆ ਮਨ ਦੀ ਚੰਚਲਤਾ ਹੀ ਹੈ, ਇਹ ਧੀਰੇ 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 ਨਾਸ਼ ਹੋ ਜਾਂਦੀ ਹੈ। ਤੋ ਇਹ ਬੜੀਆਂ ਵਿਧੀਆਂ ਪਾਤਸ਼ਾਹ ਜੀਆਂ ਕਥਾ ਵਿੱਚ ਸਾਡੇ ਵਾਸਤੇ ਕਿਉਂ ਲੱਗਦਾ ਕਈ ਵਾਰੀ ਵੀ ਸ਼ਾਇਦ ਐਵੇਂ ਹੀ ਸੁਧਾਰਨੇ ਆ, ਪਰ ਜਦੋਂ ਇਹ ਵਰਤ ਕੇ ਵਿਧੀ ਖਾਲਸਾ ਜੀ ਕੋਈ ਵੇਖੇ, ਇਕੱਠਿਆਂ ਨੂੰ ਛੱਡਣਾ ਔਗਣਾਂ ਨੂੰ ਔਖਾ ਹੈ। ਇੱਕ ਇੱਕ ਕਰਕੇ ਬੜੇ ਔਗਣ ਛੱਡੇ ਜਾ ਸਕਦੇ ਹੈ ਤੇ ਗੁਣੀ ਗਿਆਨੀ ਬਣਿਆ ਜਾ ਸਕਦਾ ਹੈ, ਗੁਣ ਗ੍ਰਹਿਣ ਕੀਤੇ ਜਾ ਸਕਦੇ ਹੈ। ਤੋ ਗਰੀਬ ਨਵਾਜ ਮਹਾਰਾਜ ਦੀ ਇਹ ਸਿੱਖਿਆ ਸਾਡੇ ਹਿਰਦੇ ਵਸੇ। ਅਸੀਂ ਵੀ ਕੋਸ਼ਿਸ਼ ਕਰੀਏ, ਜਾਂ ਜਿਵੇਂ ਸਾਧ ਸੰਗਤ ਜੀ ਕੋਈ ਪੁਰਬ ਆਉਂਦਾ, ਜਿਵੇਂ
ਬੰਦੀ ਛੋੜ ਦੀਵਾਲੀ ਆਉਂਦੀ ਜਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਵੀ ਸਾਲ ਵਿੱਚ ਇੱਕ ਇਹੋ ਜਿਹਾ ਪੁਰਬ ਮਨ ਵਿੱਚ ਮਿਥ ਲਵੇ ਬੰਦਾ ਵੀ ਜਿਵੇਂ ਮੰਨ ਕੇ ਚੱਲੋ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਜਦੋਂ ਆਵੇਗਾ ਉਦੋਂ ਮੈਂ ਪਰਨ ਕਰਨਾ ਵੀ ਮੈਂ ਅੱਜ ਤੋਂ ਬਾਅਦ ਆਹ ਔਗਣ ਛੱਡ ਦੇਣਾ, ਝੂਠ ਬੋਲਣਾ ਹੀ ਲੈ ਲਓ, ਈਰਖਾ ਹੀ ਇਕੱਲੀ ਲੈ ਲਓ, ਅਤੇ ਸਾਰਾ ਸਾਲ ਬਾਅਦ ਆਉਣਾ ਫਿਰ ਪੁਰਬ, ਉਹ ਸਾਰਾ ਸਾਲ ਹੋਰ ਜਿੰਨੇ ਮਰਜ਼ੀ ਵਿਸ਼ੇ ਵਕਾਰ ਚੜ੍ਹੀ ਜਾਣ ਸਿਰ 'ਤੇ, ਪਰ ਈਰਖਾ ਜਿਹੜਾ ਮਹਾਰਾਜ ਦੇ ਹਜ਼ੂਰੀ 'ਚ ਪ੍ਰਣ ਕਰ ਲਵੇ ਵੀ ਈਰਖਾ ਨਹੀਂ ਕਰਨੀ, ਉਹ ਸਾਲ ਪੂਰਾ ਜ਼ੋਰ ਈਰਖਾ 'ਤੇ ਪਾਵੇ। ਜਦੋਂ ਮਰ ਜਾਵੇਗੀ ਫਿਰ ਅਗਲੀ ਵਾਰੀ ਸਾਧ ਸੰਗਤ ਜੀ ਫਿਰ ਮਹਾਰਾਜ ਦੇ ਅੱਗੇ ਅਰਦਾਸ ਕਰੇ, ਸਤਿਗੁਰੂ ਤੁਹਾਡਾ ਧੰਨਵਾਦ, ਹੁਣ ਅਗਲੀ ਵਾਰੀ ਮਹਾਰਾਜ ਜਿਹੜਾ ਪੁਰਬ ਆਇਆ ਪਾਤਸ਼ਾਹ ਹੁਣ ਇਹਦੇ 'ਤੇ ਮੈਂ ਪ੍ਰਣ ਕਰਦਾ ਵੀ ਮਹਾਰਾਜ ਮੈਂ ਜਿਹੜੀ ਕਾਮ ਵਾਸ਼ਨਾ ਇਹਨੂੰ ਮਾਰਾਂਗਾ। ਫਿਰ ਸਾਧ ਸੰਗਤ ਜੀ ਤੋਂ ਮਾਵਾਂ ਭੈਣਾਂ ਧੀਆਂ ਕਰ ਜਾਣਾ, ਦੇਖ ਪਰਾਈਆਂ ਚੰਗੀਆਂ, ਇਹ ਮਨ ਵਿੱਚ ਬਿਰਤੀ ਧਾਰੇ, ਕਿਸੇ ਸ਼ਬਦ ਦਾ ਅਭਿਆਸ ਕਰੇ, ਤੋ ਸਾਰਾ ਸਾਲ ਇਹਦੇ 'ਤੇ ਪਹਿਰਾ ਦੇਵੇ ਐਨ ਡਟ ਕੇ। ਜਦੋਂ ਸਾਲ ਤੋਂ ਪਹਿਲਾਂ ਹੀ ਵੈਸੇ ਮਹਾਰਾਜ ਦਇਆ ਕਰ ਦਿੰਦੇ ਆ, ਤੋ ਜਦੋਂ ਫਿਰ ਇਸ ਤਰ੍ਹਾਂ ਇੱਕ ਹੋਰ ਔਗਣ ਟੁੱਟ ਜਾਵੇਗਾ ਤੋ ਫਿਰ ਪੁਰਬ ਆ ਜਾਣਾ ਹੈ। ਉਸ ਤੋਂ ਬਾਅਦ ਫਿਰ ਮਹਾਰਾਜ ਅੱਗੇ ਅਰਦਾਸ ਕਰੋ, ਪਾਤਸ਼ਾਹ ਪਿੱਛੇ ਬੜੀ ਦਇਆ ਕੀਤੀ, ਹੁਣ ਮਹਾਰਾਜ ਲੋਭ ਛੱਡ ਦੇਣਾ, ਤੋ ਫਿਰ ਉਹ ਪੂਰਾ ਧਿਆਨ ਜਿਹੜਾ ਲੋਭ 'ਤੇ ਕੇਂਦਰ ਕਰਨਾ, ਗੁਰਬਾਣੀ ਪੜ੍ਹਦੇ ਰਹਿਣਾ। ਜਦੋਂ ਲੋਭ ਆਉਣ ਲੱਗੇ ਉਦੋਂ ਹੀ ਮੂਲ ਮੰਤਰ ਦਾ ਅਭਿਆਸ ਕਰੇ ਅਤੇ ਯਾਦ ਰੱਖੇ ਵੀ ਮੈਂ ਮਹਾਰਾਜ ਦੇ ਨਾਲ ਪ੍ਰਣ ਕੀਤਾ ਹੋਇਆ, ਹੁਣ ਨਹੀਂ ਮੈਂ ਕੰਮ ਕਰਨਾ। 2-4 ਮਹੀਨੇ ਹੀ ਹੁੰਦੇ ਸਾਧ ਸੰਗਤ ਜੀ, ਮਨ ਕੇਰਾਂ ਹੀ ਜਿਵੇਂ ਨਸ਼ਾ ਛੱਡਣਾ ਔਖਾ ਹੈ ਨਾ, ਇਹ ਵਿਸ਼ੇ ਜੇ ਛੱਡਣੇ ਹੈ ਤਾਂ ਬੜੇ ਔਖੇ, ਪਰ ਇਹ ਕੇਰਾਂ ਜਿਹੀ ਮਨ ਨੂੰ ਪ੍ਰਭਾਵ ਦੇ ਹੇਠ ਲੈਂਦੇ ਆ, ਪਰ ਇਹਨਾਂ ਬਿਨਾਂ ਸਰ ਜਾਂਦਾ, ਕੋਈ ਏਡੀ ਗੱਲ ਨਹੀਂ ਹੈ ਵੀ ਬੰਦਾ ਮਰ ਨਹੀਂ ਚੱਲਿਆ ਜੇ ਲਾਲਚ ਨਾ ਕਰੇਗਾ। ਸਵਾਸ ਬਿਨਾਂ ਮਰ ਸਕਦੇ ਹਾਂ, ਲਾਲਚ ਕਰੇ ਬਿਨਾਂ ਥੋੜ੍ਹਾ ਕੋਈ ਮਰਨ ਲੱਗਾ, ਕੋਈ ਵਿਸ਼ੇ ਬਿਨਾਂ ਨਹੀਂ ਮਰਨ ਲੱਗਾ। ਉਹ ਇਸ ਤਰ੍ਹਾਂ ਕੋਈ ਝੂਠ ਬੋਲੇ ਬਿਨ ਵੇਖਿਆ ਵੀ ਫਲਾਣਾ ਬੰਦੇ ਨੇ ਝੂਠ ਨਹੀਂ ਬੋਲਿਆ ਤੂੰ ਚੜ੍ਹਾਈ ਕਰ ਗਿਆ, ਝੂਠ ਬੋਲ ਕੇ ਭਾਵੇਂ ਕੋਈ ਮਰ ਜਾਵੇ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ, ਮਹਾਰਾਜ ਦਇਆ ਕਰੋ, ਔਗਣ ਨਾਸ਼ ਕਰੋ ਅਤੇ ਗੁਣਾਂ ਨਾਲ ਭਰਪੂਰ ਕਰੋ, ਆਪਣੇ ਚਰਨਾਂ ਨਾਲ ਜੋੜੋ, ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਸ ਸਾਸ ਸਿਮਰਹੁ ਸਤਿਨਾਮ, ਸ਼ਬਦ ਵਿਚਾਰ ਲਹੋ ਬਿਸਰਾਮ, ਸੁਨ ਸਗਰੇ ਮਨ ਆਨੰਦ ਪਾਏ, ਤਿਮ ਕੀਨ ਸੋ ਜਿਮ ਗੁਰੂ ਬਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।